ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਜੇਕਰ ਸਾਡਾ ਬੱਚਾ ਜਾਂ ਤੁਸੀਂ ਅਸਾਈਲਮ ਕੇਸ ਕਰਾਉਣਾ ਹੈ ਤਾਂ ਜੈਲ ਐਂਡ ਜੈਲ ਜੋ ਪਿਛਲੇ 35 ਸਾਲਾਂ ਤੋਂ ਖਾਸ ਕਰਕੇ ਸਿੱਖ ਅਤੇ ਹੋਰ ਪਾਕਿਸਤਾਨੀ ਬੰਗਲਾਦੇਸ਼ੀ ਅਸਾਈਲਮਸ ਦੇ ਕੇਸ ਲੜ ਰਹੇ ਨੇ। ਇਹਨਾਂ ਕੋਲੇ ਪੰਜਾਬੀ, ਹਿੰਦੂ ਅਤੇ ਉਰਦੂ ਸਪੀਕਿੰਗ ਸਟਾਫ ਹੈ ਅਤੇ ਬਾਕੀ ਇਹ ਫੈਮਿਲੀ ਇਮੀਗ੍ਰੇਸ਼ਨ, ਬਿਜ਼ਨਸ ਇਮੀਗ੍ਰੇਸ਼ਨ ਅਤੇ ਇਨਵੈਸਟਮੈਂਟ ਬੇਸ ਇਮੀਗ੍ਰੇਸ਼ਨ ਦੇ ਵੀ ਕੰਮ ਕਰਦੇ ਨੇ। ਅਤੇ ਜੇਕਰ ਤੁਹਾਡੇ ਕੋਲੇ ਕੋਈ 3 ਸਾਲ ਪੁਰਾਣਾ ਬਿਜ਼ਨਸ ਹੈ ਅਤੇ ਤੁਸੀਂ USA ਦੇ ਵਿੱਚ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਪਤਨੀ ਜਾਂ ਬੱਚਿਆਂ ਨੂੰ ਫਾਸਟ ਟਰੈਕ ਗ੍ਰੀਨ ਕਾਰਡ ਦਿਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਤੁਸੀਂ ਕਾਲ ਕਰੋ 2126192859 ਜਾਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨਾਲ 7186121188 ਦੇ ਉੱਤੇ ਕਾਲ ਕਰ ਸਕਦੇ ਹੋ। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਟੈਕਸਿਸ ਅਤੇ ਸਟੇਟ ਟੈਕਸਿਸ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ। ਫੋਨ ਨੰਬਰ ਹੈ ਜੀ 2535208886। ਇਹਨਾਂ ਦੀ ਲੋਕੇਸ਼ਨ ਹੈ 24915 104 ਕੈਂਟ ਵਾਸ਼ਿੰਗਟਨ 'ਤੇ। TA ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ ਅਤੇ ਉੱਪਰ ਜੇਕਰ ਤੁਹਾਡੇ ਕੋਲ ਫਿਊਲ ਕਾਰਡ ਵੀ ਨਹੀਂ ਹੈ ਤਾਂ ਟਰੱਕਰਸ ਲਈ ਵੱਡੀ ਰਿਬੇਟ ਹੈ। ਇਸ ਤੋਂ ਇਲਾਵਾ ਇੱਥੇ ਦੇਸੀ ਘਿਓ ਦਾ ਬਣਿਆ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇਸ ਤੋਂ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਮੌਜੂਦ ਨੇ। ਤੁਸੀਂ ਸੰਪਰਕ ਕਰ ਸਕਦੇ ਹੋ 5599034627 ਦੇ ਉੱਤੇ। ਸ਼ਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ, ਆਪਰੇਟਰ ਅਤੇ ਡਰਾਈਵਰਸ ਦੀ ਲੋੜ ਹੈ ਜੀ। ਚੰਗਾ ਬੋਨਸ ਵੀ ਦੇ ਰਹੇ ਨੇ, ਕੰਪਨੀ ਹੋਰ ਸਹੂਲਤਾਂ ਵੀ ਦੇ ਰਹੀ ਹੈ। ਇੱਕ ਵਾਰ ਤੁਸੀਂ ਕਾਲ ਕਰੋ ਜਗਦੇਵ ਸੰਧੂ ਹੋਰਾਂ ਨੂੰ 2532666924 ਦੇ ਉੱਤੇ। ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ, ਨਵਾਂ ਘਰ ਬਣਾਉਣਾ ਤਾਂ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਅਪਡੇਟ ਲੈਣੀ ਬਣਦੀ ਹੈ ਆਪਣੇ ਬਠਿੰਡੇ ਦਿਹਾਤੀ ਦਾ ਜਿਹੜਾ MLA ਫੜਿਆ ਗਿਆ ਸੀ ਅਮਿਤ ਰਤਨ, ਇਹਦੇ ਉੱਤੇ ਕੀ ਅਪਡੇਟ ਆ ਰਹੀ ਹੈ ਜੀ? ਕੋਈ ਜਾਂਚ ਅੱਗੇ ਵਧੀ ਹੈ, ਕੋਈ ਵਿਜੀਲੈਂਸ ਨੇ ਅੱਗੇ ਘੇਰਾ ਵਧਾਇਆ ਜਾਂ ਉੱਥੇ ਹੀ ਮਾਮਲਾ ਅੜਿਆ ਪਿਆ? ਨਹੀਂ, ਮਾਮਲਾ ਬਹੁਤ ਅੱਗੇ ਵੱਧ ਚੁੱਕਿਆ ਔਰ ਉਹਦੀ ਮੁਸੀਬਤ ਦੇ ਵਿੱਚ ਢੇਰ ਸਾਰਾ ਵਾਧਾ ਹੋ ਗਿਆ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ FIR ਦਰਜ ਹੋਈ ਹੈ, FIR ਦੇ ਵਿੱਚ ਅਮਿਤ ਰਤਨ ਦਾ ਨਾਂ ਨਹੀਂ ਸੀ, ਕਿਉਂਕਿ ਪੈਸੇ ਦੀ ਜਿਹੜੀ ਬਰਾਮਦਗੀ ਹੋਈ ਸੀ ਉਹ ਅਮਿਤ ਰਤਨ ਤੋਂ ਨਹੀਂ ਸੀ ਹੋਈ, ਸਗੋਂ ਇਹਦਾ ਜਿਹੜਾ ਪ੍ਰਾਈਵੇਟ PA ਹੁੰਦਾ ਸੀ ਰੇਸ਼ਮ ਗਰਗ, ਉਹਦੇ ਤੋਂ ਹੋਈ ਸੀ ਜੀ। ਸੋ ਉਹਦੇ ਤੇ ਵਿਜੀਲੈਂਸ ਵਾਲਿਆਂ ਨੇ ਰੈੱਡ ਹੈਂਡਡ ਕੀਤਾ ਸੀ, ਉਹਨੂੰ ਅਰੈਸਟ ਕਰ ਲਿਆ ਸੀ। FIR ਦੇ ਵਿੱਚ ਨਾਂ ਜ਼ਰੂਰ ਸ਼ਾਮਲ ਕੀਤਾ ਹੋਇਆ ਹੈ ਜੀ ਅਮਿਤ ਰਤਨ ਦਾ, ਲੇਕਿਨ ਉਹਨੂੰ ਉਸ ਵੇਲੇ ਗ੍ਰਿਫਤਾਰ ਨਹੀਂ ਸੀ ਕੀਤਾ ਕਿਉਂਕਿ ਵਿਜੀਲੈਂਸ ਦਾ ਇਹ ਮੰਨਣਾ ਸੀ ਕਿ ਇਹਦੀ ਜਾਂਚ ਹੋਣੀ ਜ਼ਰੂਰੀ ਹੈ, ਪਤਾ ਲੱਗੇ ਕਿ ਇਹਦਾ ਕੋਈ ਲਿੰਕ ਹੈ ਜਾਂ ਨਹੀਂ ਹੈ ਜੀ। ਲੇਕਿਨ ਅਮਿਤ ਰਤਨ ਨੇ ਲੈਣ ਦੇਣ ਦੀ ਜਿਹੜੀ ਗੱਲ ਕੀਤੀ ਸੀ ਉਹਦੇ ਸੰਬੰਧ ਵਿੱਚ ਬਹੁਤ ਸਾਰੀ ਜਿਹੜੀ ਹੈਗੀ ਹੈ ਰਿਕਾਰਡਿੰਗ, ਟੈਲੀਫੋਨ ਰਿਕਾਰਡਿੰਗ ਵੀ, ਆਮਣੇ ਸਾਹਮਣੇ ਬੈਠਣ ਦੀ ਰਿਕਾਰਡਿੰਗ ਵੀ ਹੈ। ਉਹ ਰਿਕਾਰਡਿੰਗ ਮੁਦਈ ਦੇ ਕਬਜ਼ੇ ਵਿੱਚ ਸੀ ਜੀ। ਸੋ ਮੁਦਈ ਨੇ ਉਹ ਰਿਕਾਰਡਿੰਗ ਜਿਹੜੀ ਹੈ ਸਾਰੀ ਵਿਜੀਲੈਂਸ ਦੇ ਸਪੁਰਦ ਕਰਤੀ ਕਿ ਆਹ ਦੇਖੋ ਇਹਦੀ ਇਨਵੋਲਵਮੈਂਟ ਜਿਹੜੀ ਹੈ ਵਿੱਚ ਹੈਗੀ ਹੈ, ਤੁਸੀਂ ਇਹਦੇ ਤੇ ਕਾਰਵਾਈ ਨੂੰ ਅੱਗੇ ਤੋਰੋ। ਵਿਜੀਲੈਂਸ ਵਾਲਿਆਂ ਨੇ ਫਿਰ ਉਹਨੂੰ ਘੋਖਿਆ, ਘੋਖਣ ਤੋਂ ਬਾਅਦ ਉਹਨਾਂ ਨੂੰ ਜਾਪਿਆ ਕਿ 120 ਜੀ ਰਿਸ਼ਵਤ ਲੈਣ ਵਾਸਤੇ ਸਾਜ਼ਿਸ਼ ਰਚੀ ਗਈ ਹੈ। ਬਲੈਕਮੇਲ ਬੰਦੇ ਨੂੰ ਡਰਾ ਧਮਕਾ ਕੇ ਉਹ ਤੋਂ ਉਹਦਾ ਕੰਮ ਕਰਵਾਉਣ ਵਾਸਤੇ ਪੈਸੇ ਲਏ ਗਏ ਹੈ। ਇਸ ਲਈ ਉਹਨਾਂ ਨੇ ਉਹਨੂੰ ਬਤੌਰ ਮੁਲਜ਼ਮ ਨਾਮਜ਼ਦ ਕਰਤਾ ਔਰ ਮੁਲਜ਼ਮ ਨਾਮਜ਼ਦ ਕਰਨ ਤੋਂ ਬਾਅਦ ਉਹਦੀ ਬਕਾਇਦਾ ਗ੍ਰਿਫਤਾਰੀ ਵੀ ਹੋ ਗਈ ਸੀ ਜੀ। ਉਦੋਂ ਤੋਂ ਲੈ ਕੇ ਉਹ ਬੰਦਾ ਜੇਲ੍ਹ ਦੇ ਵਿੱਚ ਹੈ। ਇਹ ਜਾਣਨ ਵਾਸਤੇ ਵੀ ਕੀ ਜਿਹੜੀ ਇਹ ਗੱਲਬਾਤ ਹੋਈ ਹੈ ਇਹ ਸੱਚਮੁੱਚ ਇਹਨਾਂ ਦੇ ਦਰਮਿਆਨ ਹੀ ਹੋਈ ਹੈ ਜੀ, ਕਿਉਂਕਿ ਇਸ ਨਾਟਕ ਦੇ 3 ਪਾਤਰ ਹੈ। ਇੱਕ MLA ਖੁਦ, ਦੂਜਾ ਉਹਦਾ ਪ੍ਰਾਈਵੇਟ PA ਰੇਸ਼ਮ ਗਰਗ ਜੀ, ਤੀਸਰਾ ਪ੍ਰਿਤਪਾਲ ਕੁਮਾਰ ਜੀ ਜਿਹੜਾ ਘੁੱਦਾ ਪਿੰਡ ਦੀ ਸਰਪੰਚ ਦਾ ਹਸਬੈਂਡ ਹੈ ਜਿਹਨੇ ਪੈਸੇ ਦਿੱਤੇ ਹੈ।
ਇਹਨਾਂ ਤਿੰਨਾਂ ਨੂੰ ਫਿਰ ਅਦਾਲਤ ਦੇ ਹੁਕਮ ਦੇ ਨਾਲ FSL ਜੀ ਫੋਰੈਂਸਿਕ ਲੈਬ ਮੋਹਾਲੀ ਉੱਥੇ ਲਿਜਾਇਆ ਗਿਆ। ਹੂੰ ਉੱਥੇ ਲਿਜਾ ਕੇ ਇਹਨਾਂ ਦੀ ਆਵਾਜ਼ ਦੇ ਸੈਂਪਲ ਜਿਹੜੇ ਹੈਗੇ ਲਏ ਗਏ। ਉਹਨਾਂ ਨੇ ਸੈਂਪਲਿੰਗ ਲੈਣ ਤੋਂ ਬਾਅਦ ਕਿਹਾ ਅਸੀਂ ਇਹਦੇ ਤੇ ਰਿਪੋਰਟ ਦੇਵਾਂਗੇ। ਹੂੰ ਪਰ ਅਮਿਤ ਰਤਨ ਨੇ ਆਪਦੇ ਪੈਰ ਇੱਕ ਕੁਹਾੜਾ ਫੇਰ ਮਾਰ ਲਿਆ। ਹੂੰ ਉਹਨੇ ਅਦਾਲਤ ਦੇ ਵਿੱਚ ਅਰਜ਼ੀ ਦੇ ਦਿੱਤੀ। ਜੀ ਅਦਾਲਤ ਦੇ ਵਿੱਚ ਅਰਜ਼ੀ ਦੇਤੀ ਕਿ ਇਹ ਜਿਹੜੀ ਸੈਂਪਲਿੰਗ ਹੈ, ਜਿਹੜੀ ਪਹਿਲਾਂ ਸਾਡੇ ਸੈਂਪਲ ਲਏ ਗਏ ਹੈ, ਇਹਨਾਂ ਸੈਂਪਲਾਂ ਦੀ ਬਜਾਏ ਇੱਕ ਬੋਰਡ ਦਾ ਗਠਨ ਕੀਤਾ ਜਾਵੇ ਜਿਹਦੀ ਮੌਜੂਦਗੀ ਦੇ ਵਿੱਚ ਸੈਂਪਲ ਲਏ ਜਾਣ ਤੇ ਫਿਰ ਇਹਦੀ ਜਿਹੜੀ ਹੈਗੀ ਹੈ ਐਨਾਲਿਸਿਸ ਕੀਤਾ ਜਾਵੇ। ਸੋ ਉਹਦੇ ਤੇ ਅਦਾਲਤ ਨੇ ਹੁਕਮ ਦਿੱਤਾ ਕਿ ਤੁਸੀਂ ਬੋਰਡ ਦਾ ਗਠਨ ਕਰੋ। ਬੋਰਡ ਦਾ ਗਠਨ ਹੋ ਗਿਆ ਜੀ। ਉਸ ਬੋਰਡ ਨੇ ਦੁਬਾਰਾ ਫਿਰ ਜਿਹੜਾ ਹੈਗਾ ਇਹਦੀ ਆਵਾਜ਼ ਦਾ ਨਮੂਨਾ ਲਿਆ ਔਰ ਉਸ ਆਵਾਜ਼ ਦੇ ਨਮੂਨਾ ਦੀ ਜਿਹੜੀ ਸਾਰੀ ਰਿਪੋਰਟ ਹੈ ਉਹ ਕੱਲ ਵਿਜੀਲੈਂਸ ਬਿਊਰੋ ਦੇ ਸਪੁਰਦ ਕਰ ਦਿੱਤੀ ਹੈ ਫੋਰੈਂਸਿਕ ਲੈਬ ਆਪਣੀ ਮੋਹਾਲੀ ਨੇ, ਜਿਹੜੀ ਕਿ ਇੱਕ ਸਰਕਾਰੀ ਸੰਸਥਾ ਹੈ, ਪ੍ਰਾਈਵੇਟ ਨਹੀਂ ਹੈ, ਉਹ ਸਰਕਾਰੀ ਹੈ। ਠੀਕ ਹੈ ਜੀ। ਇਹਦੇ ਤੋਂ ਹੁਣ ਇਹ ਪੁਸ਼ਟੀ ਹੋ ਗਈ ਕਿ ਸੱਚਮੁੱਚ ਇਹਦੇ ਪੈਸੇ ਦੇ ਲੈਣ ਦੇਣ ਦੇ ਵਿੱਚ ਇਹਦੀ ਇਨਵੋਲਵਮੈਂਟ ਸੀ। ਆਮ ਤੌਰ ਤੇ ਆਪਾਂ ਦੇਖਦੇ ਹੁੰਦੇ ਹਾਂ ਕਿ 120 ਲੱਗ ਜਾਂਦੀ ਹੈ, ਲੇਕਿਨ 120 ਵੀ ਸਾਬਤ ਨਹੀਂ ਹੁੰਦੀ। ਬਿਲਕੁਲ ਬਿਲਕੁਲ ਪ੍ਰੋਪਰ ਐਵੀਡੈਂਸ ਹੈ ਨਹੀਂ। ਇਸ ਕੇਸ ਦੇ ਵਿੱਚ ਆਪਾਂ ਦੇਖਦੇ ਹਾਂ ਤੇ ਇਸ ਕੇਸ ਦੇ ਵਿੱਚ ਜਿਹੜੀ ਜ਼ਿਆਦਾਤਰ ਐਵੀਡੈਂਸ ਹੈ ਉਹ ਡਿਜੀਟਲ ਐਵੀਡੈਂਸ ਹੈ ਜੀ, ਜਿੱਥੋਂ ਤੱਕ MLA ਦਾ ਸੰਬੰਧ ਹੈ। ਜਦੋਂ ਡਿਜੀਟਲ ਐਵੀਡੈਂਸ ਦੀ ਪੁਸ਼ਟੀ ਹੋਗੀ ਤਾਂ ਫਿਰ ਮੰਨ ਲਓ ਤੁਸੀਂ ਵੀ ਫਿਰ ਤਾਂ ਉਹਦੀ ਮੁਸੀਬਤ ਵੱਧ ਗਈ ਹੈ। ਦੂਸਰੇ ਪਾਸੇ ਅਸੀਂ ਇਹ ਦੇਖੀਏ ਕਿ ਕਈ ਵਾਰੀ ਹੁੰਦਾ ਕਿ ਮਦਈ ਬੈਠ ਜਾਂਦਾ ਹੈ ਜੀ। ਮਦਈ ਤਾਂ ਉਹ ਬੈਠ ਨਹੀਂ ਰਿਹਾ। ਮਦਈ ਨੇ ਬਗੈਰ ਵਕੀਲ ਕੀਤਿਆਂ ਡਿਸਟ੍ਰਿਕਟ ਕੋਰਟ ਦੇ ਵਿੱਚ ਜਦੋਂ ਉਹਨੇ ਬੇਲ ਐਪਲੀਕੇਸ਼ਨ ਲਾਈ ਸੀ, 2 ਪੇਸ਼ੀਆਂ ਪਈਆਂ ਸੀ, ਉਹਨਾਂ ਦੋਨਾਂ ਪੇਸ਼ੀਆਂ ਦੇ ਉੱਤੇ ਜਾ ਕੇ ਉਹਨੇ ਆਪ ਆਰਗੂ ਕੀਤਾ ਸੀ ਜੀ। ਵਕੀਲ ਦੀ ਬਜਾਏ ਉਹਨੇ ਆਪ ਕਿਹਾ ਸੀ ਜੀ ਮੈਂ ਵਿਕਟਮ ਆ, ਮੈਥੋਂ ਪੈਸੇ ਲਏ ਆ, ਮੈਂ ਆਪਣੀ ਗੱਲ ਕਹਿਣੀ ਚਾਹੁੰਦਾ, ਤੇ ਜੱਜ ਸਾਹਿਬ ਨੇ ਉਹਦੀ ਗੱਲ ਸੁਣੀ। ਫਿਰ ਉਹਦੀ ਬੇਲ ਐਪਲੀਕੇਸ਼ਨ ਇੱਥੋਂ ਰਿਜੈਕਟ ਹੋ ਗਈ ਸੀ ਜੀ। ਕੱਲ ਉਹਦੀ ਜਿਹੜੀ ਹੈਗੀ ਹੈ ਬੇਲ ਦੀ ਤਾਰੀਖ ਹਾਈ ਕੋਰਟ ਦੇ ਵਿੱਚ ਲੱਗੀ ਸੀ। ਇੱਕੇ ਤੋਂ ਪਹਿਲਾਂ ਵੀ ਲੱਗੀ ਸੀ। ਪਹਿਲੀ ਪੇਸ਼ੀ ਤੇ ਵੀ ਮਦਈ ਖੁਦ ਗਿਆ ਉੱਥੇ ਹਾਈ ਕੋਰਟ ਦੇ ਵਿੱਚ। ਕੱਲ ਫਿਰ ਉਹ ਹਾਈ ਕੋਰਟ ਦੇ ਵਿੱਚ ਪੇਸ਼ ਹੋਇਆ ਬਰਾਬਰ। ਵਕੀਲੋਂ ਨੇ ਇਸੇ ਕੋਈ ਫੇਰ ਨਹੀਂ ਕੀਤਾ। ਸਰਕਾਰ ਦਾ ਵਕੀਲ ਜਾਂ ਵਿਜੀਲੈਂਸ ਦਾ ਵਕੀਲ ਆਪਾਂ ਕਹਿ ਦਈਏ ਉਹ ਬੜਾ ਇੰਟੈਲੀਜੈਂਟ ਵਕੀਲ ਹੈ ਜੀ, ਜਿਹੜੇ ਜ਼ਿਆਦਾਤਰ ਇਹਨਾਂ ਕੰਮਾਂ ਨੂੰ ਦੇਖਦੇ ਆ। ਤੁਸੀਂ ਸੁਣਿਆ ਹੀ ਹੋਣਾ ਨਾਂ ਗੌਰਵ ਧੂਰੀਵਾਲਾ। ਅੱਛਾ ਜੀ। ਉਹ ਜਿਹੜੇ ਹੈਗੇ ਐਡੀਸ਼ਨਲ ਐਡਵੋਕੇਟ ਜਨਰਲ ਹੈ, ਉਹਨਾਂ ਨੇ ਕੱਲ ਫਿਰ ਇਸ ਸਾਰੇ ਮਾਮਲੇ ਨੂੰ ਦੇਖਿਆ। ਦੇਖਣ ਤੋਂ ਬਾਅਦ ਇਹਦੇ ਤੇ ਹੁਣ ਮਾਣਯੋਗ ਅਦਾਲਤ ਨੇ ਉਹਨੂੰ 2 ਦਿਨਾਂ ਦਾ ਟਾਈਮ ਹੋਰ ਦਿੱਤਾ। ਸੋਮਵਾਰ ਨੂੰ ਦੁਬਾਰਾ ਫਿਰ ਸੁਣਵਾਈ ਹੋਣੀ ਹੈ। ਇਹ ਸੁਣਵਾਈ ਜਿਹੜੀ ਹੈ, ਸੁਣਵਾਈ ਦੇ ਵਿੱਚ ਇਹ ਕਿ ਕੀ ਉਹਨੇ ਪੈਸੇ ਮੰਗੇ ਆ ਜਾਂ ਨਹੀਂ ਮੰਗੇ ਜੀ, ਉਹਦੀ ਇਨਵੋਲਵਮੈਂਟ ਕੀ ਹੈ, ਇਹ ਸਾਰੇ ਦਾ ਸਾਰਾ ਹੁਣ ਕਿਉਂਕਿ ਮਾਮਲਾ ਰਿਕਾਰਡ ਦੇ ਉੱਤੇ ਆ ਗਿਆ। ਕੱਲ ਵੈਸੇ ਜਿਹੜੀ ਜਿਸ ਤੱਕ ਜ਼ਮਾਨਤ ਦੀ ਗੱਲ ਹੁੰਦੀ ਹੈ, ਇਹ ਡਿਸਕ੍ਰਿਸ਼ਨ ਹੁੰਦੀ ਹੈ ਕੋਰਟ ਦੀ। ਉਂਝ ਵੀ ਆਪਾਂ ਦੇਖੀਏ ਤਾਂ ਸਾਡੇ ਦੇਸ਼ ਦੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੇਗੁਨਾਹ ਕੋਈ ਜਿਹੜਾ ਹੈਗਾ ਉਹ ਅੰਦਰ ਨਹੀਂ ਹੋਣਾ ਚਾਹੀਦਾ। ਗੁਨਾਹਗਾਰ ਭਾਵੇਂ 50 ਬਰੀ ਹੋ ਜਾਣ, ਬਿਲਕੁਲ ਕੋਸ਼ਿਸ਼ ਕਰੋ ਕਿ ਕਿਸੇ ਨੂੰ ਐਵੇਂ ਨਾ ਅੰਦਰ ਰੱਖਿਆ ਜਾਵੇ। ਔਰ ਬੇਲ ਜਿਹੜੀ ਹੈਗੀ ਹੈ, ਉਹਨਾਂ ਨੇ ਕਿਹਾ ਕਿ ਬੇਲ ਜਿਹੜੀ ਹੈ ਰਾਈਟ ਹੈ ਬੰਦੇ ਦਾ, ਬੇਲ ਮਿਲ ਜਾਣੀ ਚਾਹੀਦੀ ਹੈ। ਹੋ ਸਕਦਾ ਵੀ ਕੱਲ ਨੂੰ ਉਹਨੂੰ ਬੇਲ ਮਿਲ ਜੇ, ਲੇਕਿਨ ਮੇਰਾ ਮੰਨਣਾ ਇਹ ਹੈ ਕਿ ਹੁਣ ਤੱਕ ਵਿਜੀਲੈਂਸ ਵਾਲਿਆਂ ਨੇ ਜਿੰਨੇ ਵੀ ਕੇਸ ਰਜਿਸਟਰ ਕੀਤੇ ਹੈ ਇਸ ਸਾਲ ਦੇ ਵਿੱਚ, ਉਹਦੇ ਵਿੱਚੋਂ ਸਭ ਤੋਂ ਮਜ਼ਬੂਤ ਐਵੀਡੈਂਸ ਜੇ ਕਿਸੇ ਕੇਸ ਦੇ ਵਿੱਚ ਹੈ ਤਾਂ ਉਹ ਇਸ ਕੇਸ ਦੇ ਵਿੱਚ ਹੈ। ਔਰ ਇੱਥੇ ਲੱਗਦਾ ਇਹ ਹੈ ਕਿ MLA ਦੇ ਲਈ ਜਿਹੜੀ ਹੈ ਆਉਣ ਵਾਲੇ ਦਿਨ ਜਿਹੜੇ ਆ ਹੋਰ ਭਾਰੀ ਪੈਣਗੇ ਹੋਣਗੇ। ਇਹ ਅੱਛਾ, ਅੱਜ ਕੱਲ੍ਹ ਕਿਹੜੀ ਜੇਲ੍ਹ 'ਚ ਬੈਠਾ ਦਾਲ ਪੀ ਰਿਹਾ ਜੀ MLA? ਇਹ ਅੱਜ ਕੱਲ੍ਹ ਪਟਿਆਲਾ ਜੇਲ੍ਹ ਦੇ ਵਿੱਚ ਹੈ ਜੀ, ਕਿਉਂਕਿ ਬਠਿੰਡਾ ਜੇਲ੍ਹ ਦੇ ਵਿੱਚ ਇਹਨੂੰ ਰੱਖਿਆ ਹੀ ਨਹੀਂ ਸੀ। ਵਿਜੀਲੈਂਸ ਵਾਲਿਆਂ ਨੇ ਉਸ ਵੇਲੇ ਜਵਾਬ ਦਿੱਤਾ ਸੀ ਕਿ ਅਸੀਂ ਇਹਨੂੰ ਇੱਥੇ ਨਹੀਂ ਰੱਖਣਾ। ਉਹਦਾ ਕਾਰਨ ਇਹ ਸੀ ਕਿ ਬਠਿੰਡਾ ਜੇਲ੍ਹ ਦੇ ਵਿੱਚ ਜਿਹੜੇ ਹੈਗੇ ਆ ਬੜੇ ਖਤਰਨਾਕ ਗੈਂਗਸਟਰ ਹੈਗੇ ਜੀ। ਆਮ ਆਪਾਂ ਨੂੰ ਪਤਾ ਵੀ ਬਾਕੀ ਥਾਵਾਂ ਤੇ ਤਾਂ ਭਾਵੇਂ ਇਕੱਤਰ ਨਾ ਹੁਣ, ਕਈ ਵਾਰੀ ਮੁਲਾਕਾਤਾਂ ਤੇ ਪੇਸ਼ੀਆਂ ਵਗੈਰਾ ਦੇ ਉੱਤੇ ਇਕੱਤਰ ਹੋ ਜਾਂਦੇ ਹੈ, ਕਿਉਂਕਿ ਇਹ ਰੂਲਿੰਗ ਪਾਰਟੀ ਨਾਲ ਸੰਬੰਧਿਤ ਹੈ ਜੀ। ਰੂਲਿੰਗ ਪਾਰਟੀ ਦਾ MLA ਹੋਣ ਕਰਕੇ ਕਈ ਵਾਰੀ ਰੂਲਿੰਗ ਪਾਰਟੀ ਦੇ ਨਾਲ ਜਿਹੜੇ ਬੰਦੇ ਜੇਲ੍ਹਾਂ 'ਚ ਹੁੰਦੇ ਆ, ਆਪਾਂ ਜਾਣਦੇ ਹਾਂ ਕਿ ਜੇਲ੍ਹਾਂ ਵਾਲੇ ਬੰਦੇ ਜ਼ਿਆਦਾਤਰ ਰੂਲਿੰਗ ਪਾਰਟੀ ਨੂੰ ਕੋਸਦੇ ਹੁੰਦੇ ਕਿ ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਹੋਏ ਹਾਂ। ਇਹ ਫਿਰ ਵਿਜੀਲੈਂਸ ਨੇ ਇਸ ਗੱਲ ਦਾ ਰਿਸਕ ਨਹੀਂ ਲਿਆ ਸੀ। ਉਹਨਾਂ ਨੇ ਕੋਰਟ ਨੂੰ ਕਹਿਤਾ ਸੀ ਜੀ ਇਹਨੂੰ ਬਠਿੰਡਾ ਦੀ, ਕਿਉਂਕਿ ਇਹ ਜਿਹੜੀ ਹਾਈ ਪ੍ਰੋਟੈਕਟਡ ਜੇਲ੍ਹ ਹੈ, ਇਹਦੇ ਵਿੱਚ ਗੈਂਗਸਟਰ ਬੈਠੇ, ਇੱਥੇ ਦੀ ਬਜਾਏ ਕਿਤੇ ਨੂੰ ਹੋਰ ਭੇਜ ਦਿਓ ਜੀ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਸਿਆਸਤਦਾਨਾਂ ਵਾਸਤੇ ਜਿਹੜੀ ਰਾਖਵੀਂ ਰੱਖੀ ਹੋਈ ਜੇਲ੍ਹ ਆ ਉਹ ਪਟਿਆਲਾ ਹੀ ਹੈ। ਜ਼ਿਆਦਾਤਰ ਲੋਕ ਉੱਥੇ ਪਟਿਆਲੇ ਭੇਜਦੇ ਆ। ਸਿੱਧੂ ਸਾਹਿਬ ਵੀ ਪਹਿਲਾਂ ਪਟਿਆਲੇ 'ਚ ਰਹੇ ਸੀ, ਭਾਰਤ ਭੂਸ਼ਣ ਆਸ਼ੂ ਵੀ ਪਟਿਆਲੇ ਸੀ, ਹੋਰ ਵੀ ਮੇਰੇ ਖਿਆਲ ਹੈ 1-2 ਅਜੇ ਹੋਰ ਹੈਗੇ ਆ ਪਟਿਆਲੇ ਦੇ ਵਿੱਚ, ਹੋਰ ਵੀ ਬੈਠੇ ਹੈ। ਅਫਸਰ ਵੀ ਕਈ ਪਟਿਆਲਾ ਜੇਲ੍ਹ ਦੇ ਵਿੱਚ ਬੈਠੇ ਹੈ ਜਿਹੜੇ ਵਿਜੀਲੈਂਸ ਨੇ ਫੜੇ ਆ, ਜਿਵੇਂ ਉਹ ਮਿਸਟਰ ਕਪੂਰ ਹੈਗਾ, ਕੁਛ ਹੋਰ ਹੈ, IAS ਅਫਸਰ ਬੈਠੇ ਹੈ, ਉਹ ਜੇਲ੍ਹਾਂ ਦੇ ਵਿੱਚ ਹੀ ਹੈ। ਇਸ ਕਰਕੇ ਪਟਿਆਲਾ ਜੇਲ੍ਹ ਦੇ ਵਿੱਚ ਹੀ ਹੈ ਜੀ। ਸੋ
ਢਿੱਲੋਂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਵਿਜੀਲੈਂਸ ਨੇ ਬੜਾ ਕੇਸ ਮਜ਼ਬੂਤ ਕੀਤਾ ਹੈ ਤੇ ਬਠਿੰਡੇ ਨਾਲ ਹੀ ਸੰਬੰਧਿਤ ਹੈ, ਪਰ ਜੇਕਰ ਗੱਲ ਕਰੀਏ ਵਿਜੀਲੈਂਸ ਦੇ ਅਕਸਰ ਕੇਸ ਬੜੇ ਜਿਹੜੇ ਨੇ ਕਨਵਿਕਸ਼ਨ ਰੇਟ ਬੜਾ ਘੱਟ ਹੁੰਦਾ ਹੈ। ਜੇਕਰ ਅਫਸਰਾਂ ਦੀ ਲੈ ਲਈਏ, ਗਵਾਹ ਮੁੱਕਰ ਜਾਂਦੇ ਨੇ, ਹੋਰ ਮੁੱਕਰ ਜਾਂਦਾ ਸਾਰਾ ਕੁਝ। ਸਿਆਸਤਦਾਨ ਦੇ ਅੱਗੇ ਤਾਂ ਪਹਿਲਾਂ ਹੀ ਬੰਦਾ ਛੇਤੀ ਪਾਵਰਫੁਲ ਬੰਦੇ ਹੁੰਦੇ ਨੇ, ਸਿਆਸਤਦਾਨ ਦੇ ਖਿਲਾਫ ਲੜਨਾ, ਉਹ ਵੀ ਸੱਤਾਧਾਰੀ ਦੇ ਨਾਲ ਲੜਨਾ ਬੜਾ ਮੁਸ਼ਕਿਲ ਜਿਹਾ ਕੰਮ ਹੁੰਦਾ ਗਵਾਹਾਂ ਦਾ। ਨਹੀਂ, ਕੰਮ ਮੁਸ਼ਕਲ ਹੁੰਦਾ, ਪਰ ਇਹ ਬੰਦੇ ਦੀ ਜਿਹੜੀ ਹੈਗੀ ਹੈ, ਤੁਹਾਡੀ ਬੰਦੇ ਦੀ ਫਿਤਰਤ ਤੇ ਸੰਬੰਧਿਤ ਹੁੰਦਾ ਕਿ ਬੰਦਾ ਕਿਹੋ ਜਿਹਾ ਹੈ। ਜੇ ਬੰਦਾ ਆਪਣੀ ਬੁੱਧੀ ਨੂੰ ਗੰਢ ਦੇ ਦੇਵੇ ਕਿ ਮੈਂ ਇਹ ਬੰਦੇ ਨੂੰ ਸਜ਼ਾ ਕਰਾਉਣੀ, ਪਹਿਲੀ ਗੱਲ ਤਾਂ ਇਹੋ ਜਿਹੇ ਕੇਸ ਦੇ ਵਿੱਚ ਛੇਤੀ ਕਿਤੇ ਹੱਥ ਹੀ ਨਹੀਂ ਪੈਂਦਾ। ਦੂਜਾ ਗੱਲ, ਜਿੱਥੋਂ ਤੱਕ ਤੁਸੀਂ ਕਨਵਿਕਸ਼ਨ ਰੇਟ ਦੀ ਗੱਲ ਕੀਤੀ, ਕਨਵਿਕਸ਼ਨ ਰੇਟ ਜਿਹੜਾ ਹੈਗਾ, ਜੇ ਸਾਰਾ ਕੁਝ ਹੀ ਤੁਸੀਂ ਵਿਜੀਲੈਂਸ ਤੇ ਛੱਡ ਦਿਓਗੇ ਜਾਂ ਲੋਕਲ ਪੁਲਿਸ ਤੇ ਛੱਡ ਦਿਓਗੇ ਤਾਂ ਕਨਵਿਕਸ਼ਨ ਰੇਟ ਘਟੂਗਾ। ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਕੁਝ ਮਦਈ ਤੇ ਨਿਰਭਰ ਹੁੰਦਾ ਹੈ ਕਿ ਮਦਈ ਪੈਰਵੀ ਕਿੰਨੀ ਕਰਦਾ ਹੈ, ਉਹ ਪੈਰਵੀ ਕਿੰਨੀ ਕਰਵਾਉਂਦਾ ਹੈ। ਮਿਸਾਲ ਦੇ ਤੌਰ ਤੇ ਇਸ ਕੇਸ ਦੇ ਵਿੱਚ ਵੀ ਕਈ ਕਮੀਆਂ ਪੇਸ਼ੀਆਂ ਸੀ, ਜਿਹੜੀਆਂ ਕਮੀਆਂ ਪੇਸ਼ੀਆਂ ਨੂੰ ਮਦਈ ਨੇ ਆਪ ਮਤਲਬ ਜਿਹੜਾ ਹੈਗਾ ਉਹਦੇ ਵੱਲ ਉਂਗਲ ਕੀਤੀ ਕਿ ਆਹ ਕਮੀ ਪੇਸ਼ੀ ਹੈ, ਦੂਰ ਕਰੋ। ਕੁਝ ਚੀਜ਼ਾਂ ਇਹੋ ਜਿਹੀਆਂ ਸੀ ਜਿਹੜੀਆਂ ਹੁਣ ਰਿਕਾਰਡ ਲੈ ਕੇ ਆਉਣੀਆਂ ਚਾਹੀਦੀਆਂ ਸੀ, ਲੇਕਿਨ ਉਹ ਨਹੀਂ ਸੀ ਆਈਆਂ ਕਿਉਂਕਿ ਭੱਜ ਨੱਠ ਦੇ ਵਿੱਚ ਕਈ ਵਾਰੀ ਗੱਲਾਂ ਭੁੱਲ ਜਾਂਦੇ ਨੇ, ਕਿਹਾ ਜੀ ਮੈਂ ਨਹੀਂ ਸਹਿਮਤ ਇਹਦੇ ਨਾਲ, ਆਹ ਗੱਲ ਕਰੋ। ਪਰ ਇੱਥੇ ਵਿਜੀਲੈਂਸ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ। ਵਿਜੀਲੈਂਸ ਮੰਨਦੀ ਹੈ ਵੀ ਹਾਂ ਠੀਕ ਹੈ, ਜਿਹੜੀ ਤੁਸੀਂ ਗੱਲ ਕਰਦੇ ਹੋ ਠੀਕ ਕਰ ਦਿਓ। ਸਗੋਂ ਇੱਕ ਮੈਂ ਤੁਹਾਨੂੰ ਮਜ਼ਾਕ ਵਾਲੀ ਗੱਲ ਦੱਸਦਾ, ਜਦੋਂ ਹਿਸਾਬ ਕਿਤਾਬ ਦੀਆਂ ਗੱਲਾਂ ਆਉਂਦੀਆਂ ਕਿ ਪੈਸੇ ਦੇ ਲਈ ਕਿੱਥੇ ਆਉਂਦੀ ਹੈ, ਇੱਕ ਵਿਜੀਲੈਂਸ ਦੇ ਅਫੀਸਰ ਨੇ ਤਾਂ ਉਹਨੂੰ ਮਦਈ ਨੂੰ ਇੱਥੋਂ ਤੱਕ ਕਹਿਤਾ ਸੀ ਵੀ ਯਾਰ ਤੂੰ ਸਾਡਾ ਇਮਦਾਦੀ ਬਣ ਜਾ, ਸਾਨੂੰ ਆਹ ਲਿਖਤ ਪੜ੍ਹਨ ਵਾਲਾ ਕੰਮ ਜਿਹੜਾ ਹੈਗਾ ਨਾ ਪੈਸਿਆਂ ਧੇਲਿਆਂ ਵਾਲਾ ਇਹ ਨਹੀਂ ਆਉਂਦਾ, ਇਹਦੇ ਵਿੱਚ ਯਾਰ ਜੇ ਤੈਨੂੰ ਇੰਨਾ ਹਿਸਾਬ ਕਿਤਾਬ ਹੈਗਾ ਤਾਂ ਤੂੰ ਸਾਡੇ ਨਾਲ ਹੀ ਲੱਗ ਜਾ ਕਰ ਹੋਰਾਂ ਕੇਸਾਂ ਦੇ ਵਿੱਚ। ਪਰ ਉਹ ਆਪਦੇ ਕੇਸ ਦੀ ਪੈਰਵੀ ਕਰ ਰਿਹਾ, ਜਿੱਥੇ ਬੰਦਾ ਆਪ ਪੈਰਵੀ ਕਰੇ ਨਾ ਕੇਸ ਦੀ। ਆਮ ਤੌਰ ਤੇ ਵੀ ਆਪਾਂ ਦੇਖਦੇ ਹੁੰਦੇ ਕਿ ਆਪਾਂ ਵਕੀਲ ਕਰ ਲੈਂਦੇ, ਕਿੱਡੇ ਹੀ ਵੱਡੇ ਤੋਂ ਵੱਡਾ ਵਕੀਲ ਕਰ ਲਓ, ਉਹ ਵਕੀਲ ਉਹੀ ਕੇਸ ਜਿਹੜਾ ਉਹਨੂੰ ਤਾਂ ਪੁੱਟ ਕਰਨ ਦਾ ਤਰੀਕਾਕਾਰ ਹੁੰਦਾ ਹੈ, ਲੇਕਿਨ ਮਟੀਰੀਅਲ ਤਾਂ ਤੁਸੀਂ ਪ੍ਰੋਵਾਈਡ ਕਰਨਾ ਨਾ, ਤੁਸੀਂ ਕਿਹੋ ਜਿਹਾ ਮਟੀਰੀਅਲ ਪ੍ਰੋਵਾਈਡ ਕਰਦੇ, ਇਸ ਗੱਲ ਤੇ ਨਿਰਭਰ ਹੈ। ਜੀ ਜੀ। ਤੇ ਕਹਿੰਦੇ ਕਿ ਪੰਜਾਬ ਦੇ ਵਿੱਚ ਕਣਕ ਹੀ ਇੰਨੀ ਵੱਧ ਹੋ ਗਈ ਹੈ, ਝਾੜ ਇੰਨਾ ਹੋ ਗਿਆ ਕਿ ਕੇਂਦਰ ਨੂੰ ਕਹਿੰਦੇ ਤਰੇਲੀਆਂ ਆਈਆਂ ਪਈਆਂ। ਕੇਂਦਰ ਨੂੰ ਕਿਉਂ ਤਰੇਲੀਆਂ ਆਈਆਂ, ਕਿਉਂ ਫਿਰ ਆਮ ਆਦਮੀ ਪੰਜਾਬ ਸਰਕਾਰ ਦੇ ਉਲਟ ਘੇਰਾਬੰਦੀ ਕਰ ਰਹੀ ਹੈ? ਦੇਖੋ, ਗੱਲ ਇਹ ਹੈ ਕਿ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ, ਖੇਤੀਬਾੜੀ ਵਿਭਾਗ ਦੇ ਜਿਹੜੇ ਡਾਇਰੈਕਟਰ ਹੈਗੇ, ਉਹਨਾਂ ਦਾ ਨਾਮ ਹੈਗਾ ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਜਿਹੜੀ ਸਾਥੋਂ ਰਿਪੋਰਟ ਮੰਗੀ ਹੈ, ਉਹਦੇ ਵਾਸਤੇ ਮੋਗਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹੇ ਦੇ 100 ਕਿਸਾਨਾਂ ਤੋਂ ਮੁੜ ਝਾੜ ਬਾਰੇ ਰਿਪੋਰਟ ਮੰਗੀ ਗਈ ਹੈ, ਜਿਸ ਤੇ ਪ੍ਰਾਪਤ ਹੋਣ ਤੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਅਸਲ 'ਚ ਕਹਾਣੀ ਕੀ ਹੈ? ਕਹਾਣੀ ਇਹ ਹੈ ਕਿ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ ਤੇ ਵੱਡੇ ਪੱਧਰ ਤੇ ਤਬਦੀਲੀ ਹੋ ਰਹੀ ਹੈ। ਆਪਾਂ ਕਦੇ ਦੇਖਿਆ ਸੀ ਕਿ ਅਪ੍ਰੈਲ ਦੇ ਐਂਡ ਤੱਕ ਗਰਮੀ ਨਾ ਹੋਵੇ। ਆਮ ਤੌਰ ਤੇ ਪਹਿਲਾਂ ਮੰਨਿਆ ਜਾਂਦਾ ਸੀ ਕਿ 13 ਅਪ੍ਰੈਲ ਨੂੰ ਦਾਤੀ ਪੈ ਜਾਂਦੀ ਹੈ, 13 ਅਪ੍ਰੈਲ ਤੋਂ ਸ਼ੁਰੂ ਹੋ ਕੇ 13 ਅਪ੍ਰੈਲ ਨੂੰ ਵਿਸਾਖੀ ਆ ਜਾਂਦੀ ਹੈ, ਦਾਤੀ ਪੈ ਜਾਂਦੀ ਹੈ। ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀ ਕਿ 13 ਅਪ੍ਰੈਲ ਨੂੰ ਕੰਮ ਹੀ ਮੁਕਾ ਦਿੰਦੇ। ਜਿਵੇਂ ਆਪਾਂ ਬੋਲੀਆਂ ਸੁਣਦੇ ਹਾਂ ਵੀ ਕੀ ਕਹਿੰਦੇ, ਸਾਰੀ ਫਸਲ ਸੰਭਾਲ ਕੇ ਜੱਟ ਮੇਲੇ ਮਾਰਦਾ, ਦਮਾਮੇ ਜੱਟ ਮੇਲੇ ਆ ਗਿਆ, ਉਹ ਵਿਹਲਾ ਹੋ ਜਾਂਦਾ ਸੀ। ਮੌਸਮ ਦੀ ਚੇਂਜ ਦੇ ਨਾਲ ਹੌਲੀ ਹੌਲੀ ਤੁਸੀਂ ਦੇਖੋ ਕਿ ਇਹ ਗੱਲ ਵੱਧਦੀ ਗਈ। ਐਤਕੀ ਬਾਰਿਸ਼ਾਂ ਵੀ ਬਹੁਤ ਹੋਈਆਂ ਤੇ ਬਾਰਿਸ਼ਾਂ ਦੀ ਵਜ੍ਹਾ ਦੇ ਨਾਲ ਜਿਹੜੀ ਹੈ ਥੋੜੀ ਨੁਕਸਾਨ ਹੋਇਆ ਤੇ ਗੜੇਮਾਰ ਵੀ ਹੋਈ ਹੈ, ਉਹਦੇ ਨਾਲ ਵੀ ਨੁਕਸਾਨ ਹੋਇਆ। ਪਰ ਇਹ ਗੜੇਮਾਰ ਤੇ ਜਿਹੜੀਆਂ ਬਾਰਿਸ਼ਾਂ ਹੋਈਆਂ, ਇਹ ਉਸ ਵੇਲੇ ਹੋਈਆਂ ਸੀ ਜਦੋਂ ਕਣਕ ਬੱਲੀਆਂ ਦੇ ਵਿੱਚ ਪੂਰੀ ਤਰ੍ਹਾਂ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਆਪਣੀ ਜਿੱਥੇ ਤੱਕ ਉਹਨੇ ਪਹੁੰਚਣਾ ਜੋਬਨ ਤੇ ਸੀ ਜੀ। ਹਾਂ, ਜੋਬਨ ਤੇ ਸੀ, ਕਣਕ ਡਿੱਗ ਪਈ। ਕਣਕ ਦੇ ਰੰਗ ਦੇ ਵਿੱਚ ਤਾਂ ਤਬਦੀਲੀ ਜ਼ਰੂਰ ਆਈ ਹੋ ਸਕਦੀ ਹੈ ਕਿਉਂਕਿ ਮੈਂ ਮੰਡੀਆਂ 'ਚ ਨਹੀਂ ਗਿਆ, ਪਰ ਝਾੜ ਦੇ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਹੀਂ ਆਈ। ਪੰਜਾਬ ਸਰਕਾਰ ਨੇ ਜਿਹੜਾ ਐਸਟੀਮੇਟ ਲਾਇਆ ਸੀ, ਉਹ ਐਸਟੀਮੇਟ ਇਹ ਗਲਤ ਲਾ ਬੈਠੇ। ਇਹਨਾਂ ਨੂੰ ਹੋ ਗਿਆ ਕਿ ਇੰਨਾ ਜਿਹੜਾ ਨੁਕਸਾਨ ਹੋ ਗਿਆ। ਆਮ ਤੌਰ ਤੇ ਬਹੁਤੇ ਵਾਰੀ ਸਾਡੇ ਅਖਬਾਰਾਂ ਵਾਲੇ ਵੀ, ਚੈਨਲਾਂ ਵਾਲੇ ਵੀ, ਟੀਵੀ ਟੂਵੀ ਦੇ ਉੱਤੇ ਕੰਮ ਜ਼ਿਆਦਾ ਹੀ ਚੱਕਦੇ ਜੀ, ਬਰਬਾਦ ਹੋ ਗਿਆ, ਸਭ ਕੁਝ ਬਰਬਾਦ ਹੋ ਗਿਆ। ਹੁਣ ਮਿਸਾਲ ਦੇ ਤੌਰ ਤੇ ਦੇਖੋ, ਸਭ ਤੋਂ ਪਹਿਲਾਂ ਜਿਹੜੀ ਜਦੋਂ ਬਰਬਾਦੀ ਆਉਂਦੀ ਹੈ, ਬਹਾਵਾਲਾ ਪਿੰਡ ਦੇ ਵਿੱਚ ਆਈ ਹੈ ਸਭ ਤੋਂ ਜ਼ਿਆਦਾ, ਤੁਹਾਡੇ ਵਾਲੇ ਇਲਾਕੇ ਦੇ ਬਕੈਣ ਵਾਲਾ ਜਿੱਥੇ ਸਾਰੇ ਬੂਟੇ ਬਾਟੇ ਵੀ ਪੱਟੇ ਗਏ, ਪਰ ਉੱਥੇ ਕਣਕ ਹੈ ਨਹੀਂ ਸੀ ਨਾ। ਉੱਥੇ ਕਣਕ ਨਹੀਂ, ਤੁਸੀਂ ਗਏ ਹੋ, ਤੁਸੀਂ ਇਹ ਦੇਖੋ ਕਿ ਉਹ ਜਿਹੜਾ ਹੈਗਾ, ਜਿਹੜਾ ਉਹ ਆਪਣਾ ਬਾਬਰੋਲਾ ਸੀ, ਉਹਦਾ ਜਿਹੜਾ ਖੇਤਰਫਲ ਕਿੰਨਾ ਸੀ? ਥੋੜਾ ਸੀ, ਪਰ ਨੁਕਸਾਨ ਜ਼ਿਆਦਾ ਕਰ ਗਿਆ ਸੀ। ਨੁਕਸਾਨ ਜਿਹੜਾ ਉਹਦੀ ਜੱਤ 'ਚ ਆ ਗਿਆ ਤਾਂ ਉਹਨੇ ਛੱਡਿਆ ਹੀ ਨਹੀਂ। ਮਤਲਬ ਉਹ ਨੁਕਸਾਨ ਜਿਹੜਾ ਆਪਾਂ ਦੇਖੀਏ ਖੇਤਰਫਲ ਦੇ ਲਿਹਾਜ਼ ਨਾਲ ਨੁਕਸਾਨ ਘੱਟ ਹੋਇਆ ਵਾ, ਲੇਕਿਨ ਜਿਨ੍ਹਾਂ ਦਾ ਨੁਕਸਾਨ, ਜਿਨ੍ਹਾਂ ਲੋਕਾਂ ਦੇ ਖੇਤ ਉਹਦੇ ਵਿੱਚ ਆ ਗਏ, ਘਰ ਆ ਗਏ, ਉਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ, ਉਹਨਾਂ ਦਾ 100% ਹੀ ਹੋ ਗਿਆ।
ਹੁਣ ਉਸ ਚੀਜ਼ ਨੂੰ ਅੰਦਾਜ਼ਾ ਲਾ ਕੇ ਜੇ ਸਾਰੇ ਪੰਜਾਬ ਨੂੰ ਆਪਾਂ ਕਰੀਏ ਤੇ ਇਹ ਗੱਲ ਨਹੀਂ ਬਣਦੀ। ਇੱਥੇ ਮਤਲਬ ਜਿਹੜੀ ਹੈਗੀ ਹੈ ਨਾ ਹੀ ਖੇਤੀਬਾੜੀ ਵਾਲਿਆਂ ਨੇ ਖੇਤਾਂ ਦੇ ਵਿੱਚ ਜਾ ਕੇ ਪੂਰੀ ਤਰ੍ਹਾਂ ਮਤਲਬ ਜਾਇਜ਼ਾ ਲਿਆ, ਕਿਉਂਕਿ ਅੱਜ ਕੱਲ੍ਹ ਬਹੁਤਾ ਕੰਮ ਦਫ਼ਤਰਾਂ 'ਚ ਬੈਠ ਕੇ ਹੁੰਦਾ ਹੈ। ਬਿਲਕੁਲ ਦਫ਼ਤਰਾਂ ਦੇ ਨਾਲ ਇਹ ਆ ਵੀ ਮੋਬਾਈਲ ਫੋਨਾਂ ਤੇ ਗੱਡੀ ਚੱਲ ਜਾਂਦੀ ਹੈ ਵੀ ਤੁਹਾਡੇ ਕਿੰਨੇ ਕੁ % ਹੋ ਗਿਆ ਨਾ, ਇੰਨਾ % ਹੋ ਗਿਆ, ਰਿਪੋਰਟਾਂ ਉੱਪਰ ਭੇਜੀ ਜਾਂਦੇ ਹੈ। ਹੁਣ ਜਦੋਂ ਉਹ ਮਤਲਬ ਝਾੜ ਆ ਗਿਆ, ਜਿਵੇਂ ਇਹਨੇ ਲਿਖਿਆ 3 ਜ਼ਿਲ੍ਹੇ ਆ, ਫਿਰੋਜ਼ਪੁਰ, ਮੋਗਾ ਤੇ ਫਰੀਦਕੋਟ ਜੀ। ਆਪਾਂ ਹੁਣ ਦੇਖਦੇ ਹਾਂ ਕਿ ਜਦੋਂ ਇਸ ਕਿਸਮ ਦੀ ਗੜੇਮਾਰ ਹੁੰਦੀ ਹੈ, ਗੜੇਮਾਰ ਤਾਂ ਇੱਕ ਮਤਲਬ ਜਿਹੜਾ ਹੈਗਾ ਉਹਨੂੰ ਕਹਿ ਸਕਦੇ ਆਪਾਂ ਇੱਕ ਰੇਂਜ 'ਚ ਜਾਂਦੀ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਨਹੀਂ ਗਈ, ਜ਼ਿਆਦਾ ਜਿਹੜਾ ਝਾੜ ਹੋਇਆ ਇੱਥੇ ਹੋਇਆ। ਦੂਜਾ ਗੱਲ ਆ ਵੀ ਅਜੇ ਤੱਕ ਇਹਨਾਂ ਦੇ ਅੰਦਾਜ਼ਿਆਂ ਦੀ ਗੱਲ ਕੀ ਹੈ ਵੀ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਪ੍ਰਤੀ ਸਾਲ ਜਿਹੜੀ ਐਵਰੇਜ ਆਪਣਾ ਆਉਂਦਾ ਰਿਹਾ ਹੈ ਉਹ ਆਉਂਦਾ ਰਿਹਾ 185 ਲੱਖ ਟਨ ਜੀ। 185 ਲੱਖ ਟਨ ਮੰਨਿਆ ਜਾਂਦਾ ਕਿ 185 ਲੱਖ ਟਨ ਜਿਹੜੀ ਹੈਗੀ ਹੈ ਸਾਡੇ ਉਤਪਾਦਨ ਹੁੰਦਾ ਹੈ ਜੀ। ਤੇ ਇਸ 185 ਲੱਖ ਟਨ ਦੇ ਵਿੱਚੋਂ ਮੰਨਿਆ ਜਾਂਦਾ ਕਿ ਜਿਹੜਾ ਮੰਡੀਆਂ 'ਚ ਆਉਂਦਾ ਹੈ ਵਿਕਰੀ ਵਾਸਤੇ ਉਹ ਹੈ 125 ਤੋਂ ਲੈ ਕੇ 125 ਤੋਂ ਲੈ ਕੇ 130 ਲੱਖ ਕੁਇੰਟਲ ਟਨ ਤੱਕ ਜੀ। ਹੁਣ ਤੱਕ ਜਿਹੜੀ ਗੱਲ ਜਿਹੜੀ ਇਸ ਵੇਲੇ ਤੱਕ ਆਇਆ ਵਾ ਆਪਣਾ ਮੰਡੀਆਂ ਦੇ ਵਿੱਚ ਕਿੰਨਾ ਕੁ ਆ ਗਿਆ ਜੀ? ਮੰਡੀਆਂ ਦੇ ਵਿੱਚ 125 ਕੁਇੰਟਲ ਜਿਹੜੀ ਹੈ ਕਣਕ ਆਈ ਹੈ। ਠੀਕ ਹੈ ਜੀ, 125 ਲੱਖ ਕੁਇੰਟਲ। ਅਗਾਂਹ ਹੁਣ ਤੁਸੀਂ ਅੰਦਾਜ਼ਾ ਲਾਓ ਹੋਰ ਕਿੰਨੀ ਕਣਕ ਰਹਿ ਗਈ ਹੋਣੀ? ਬਸ ਆ ਗਈ ਕਣਕ ਤਾਂ ਕਣਕ ਤਾਂ ਆ ਗਈ। ਹੁਣ ਇਹ ਵੀ ਟੋਟਲ ਝਾੜ ਨਹੀਂ ਦੇਖਿਆ, ਸਿਰਫ ਤੇ ਸਿਰਫ ਉਹ ਝਾੜ ਜਿਹੜਾ ਉੱਥੋਂ ਦਾ ਉਹਨਾਂ ਨੇ ਲੈ ਲਿਆ। ਇਹਦੇ ਵਾਸਤੇ ਇੱਕ ਸੈਂਟਰ ਦੀ ਇਹਦੇ ਵਿੱਚ ਮਤਲਬ ਜਿਹੜੀ ਹੈ ਮਨਸ਼ਾ ਕੀ ਹੈ, ਸਮਝਣ ਵਾਲੀ ਗੱਲ ਇਹ ਹੈ ਕਿ ਸੈਂਟਰ ਦੀ ਮਨਸ਼ਾ ਇਹ ਹੈ ਕਿ ਇਹਦੇ ਲਿਹਾਜ਼ ਦੇ ਨਾਲ ਹੀ ਕਣਕ ਦਾ ਅੰਦਾਜ਼ਾ ਲਾ ਲੈਣ ਕਿ ਸਾਡੇ ਕੋਲ ਕਿੰਨੀ ਕੁ ਕਣਕ ਹੋਊਗੀ। ਪਰ ਕਣਕ ਤਾਂ ਤੁਹਾਡੇ ਕੋਲ ਵਿਕਰੀ ਤੇ ਏਜੰਸੀਆਂ ਨੇ ਤੁਹਾਨੂੰ ਦੱਸ ਹੀ ਦੇਣਾ ਵੀ ਅਸੀਂ ਕਿੰਨੀ ਖਰੀਦੀ ਹੈ। ਜਿੰਨੀ ਕਣਕ ਏਜੰਸੀਆਂ ਨੇ ਖਰੀਦੀ ਹੋਊਗੀ ਕਣਕ ਉਹਦੇ ਨਾਲ ਘਟੂਗੀ, ਕਿਉਂਕਿ ਜਦੋਂ ਖਰੀਦੀ ਜਾਂਦੀ ਹੈ ਉਦੋਂ ਥੋੜਾ ਜਿਹਾ ਸਲਾਬ ਵੀ ਹੁੰਦਾ ਹੈ। ਜਿਵੇਂ ਜਿਵੇਂ ਕਣਕ ਪੁਰਾਣੀ ਹੁੰਦੀ ਜਾਊਗੀ ਉਹ ਸੁੱਕਦੀ ਜਾਊਗੀ ਔਰ ਉਹਦਾ ਉਹ ਨਹੀਂ ਰਹਿਣਾ। ਇਹ ਪਤਾ ਨਹੀਂ ਕਿਸ ਕਿਸਮ ਦਾ ਕਿਵੇਂ ਹਿਸਾਬ ਕਿਤਾਬ ਲਾਈ ਜਾਂਦਾ। ਵੈਸੇ ਇਹੋ ਜਿਹਾ ਸਵਾਲ ਪੁੱਛਣਾ ਗਲਤ ਹੈ। ਹਾਂ, ਦੂਜੀ ਗੱਲ ਇਹ ਹੈ ਕਿ ਜੇ ਬਾਹਰਲੀਆਂ ਮੰਡੀਆਂ ਦੇ ਵਿੱਚੋਂ ਮਾਲ ਆਇਆ ਹੋਵੇ ਜੀ ਤਾਂ ਉਦੋਂ ਆ ਸਕਦਾ ਕਿ MSP ਪੰਜਾਬ 'ਚ ਮਿਲਦਾ ਹੈ। ਆਪਾਂ ਪਿਛਲੇ ਸਮੇਂ 'ਚ ਦੇਖਿਆ ਬਿਹਾਰ ਤੋਂ ਯੂਪੀ ਤੋਂ ਟਰੱਕਾਂ ਦੇ ਟਰੱਕ ਆਉਂਦੇ ਰਹੇ ਜੀ ਜੀ, ਝੋਨੇ ਦੇ ਤਾਂ ਵੈਸੇ ਹੀ ਆਉਂਦੇ ਆ। ਉਹ ਵਿਕਦਾ ਰਿਹਾ। ਆੜਤੀਆਂ ਦਾ, ਪੋਲੀਟੀਸ਼ੀਅਨਾਂ ਦਾ, ਵਪਾਰੀਆਂ ਦਾ ਇੱਕ ਨੈਕਸਸ ਹੁੰਦਾ ਸੀ। ਉਹ ਨੈਕਸਸ ਦੇ ਜ਼ਰੀਏ ਉਹ ਆਪਦੀ ਕਮਾਈ ਕਰਦੇ ਰਹੇ ਆ। ਭਾਰਤ ਭੂਸ਼ਣ ਆਸ਼ੂ ਲੰਬਾ ਸਮਾਂ ਜੇਲ੍ਹ 'ਚ ਵੀ ਰਹਿ ਕੇ ਆਏ ਆ। ਲੇਕਿਨ ਹੁਣ ਤੁਸੀਂ ਦੇਖੋ ਉਦੋਂ ਆਮ ਤੌਰ ਦੇ ਉੱਤੇ ਆਪਾਂ ਕੈਮਰੇ ਚੱਕਦੇ ਭੱਜਦੇ ਹੁੰਦੇ ਸੀ ਜੀ, ਇੱਥੇ 40 ਟਰੱਕ ਖੜੇ ਆ ਜੀ, 50 ਟਰੱਕ ਖੜੇ ਆ, ਉਹਨਾਂ ਨੂੰ ਪੁਲਿਸ ਨਹੀਂ ਰੋਕ ਦਿੰਦੀ ਸੀ। ਆਮ ਤੌਰ ਤੇ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਰੋਕਦੀਆਂ ਹੁੰਦੀਆਂ ਸੀ। ਐਤਕੀ ਤੁਸੀਂ ਸਾਰੇ ਸੀਜ਼ਨ ਦੇ ਵਿੱਚ ਕਿਤੇ ਕਈ ਇਹ ਖਬਰ ਆਈ ਹੈ ਕਿ ਬਾਹਰੋਂ ਕਣਕ ਦੀ ਕੋਈ ਇੱਕ ਟਰਾਲੀ ਵੀ ਆ ਗਈ। ਇਹ ਨਹੀਂ ਆਈ। ਇਹਦਾ ਕਾਰਨ ਇਹ ਹੈ ਕਿਉਂਕਿ ਇਹ ਸਰਕਾਰ ਫਿਲਹਾਲ ਅਜੇ ਤੱਕ ਕੱਲ ਆਪਾਂ ਦੇਖਿਆ ਨਹੀਂ ਕੀ ਹੈ। ਫਿਲਹਾਲ ਇਹ ਸਰਕਾਰ ਜਿਹੜੀ ਹੈ ਇਹ ਭ੍ਰਿਸ਼ਟਾਚਾਰ ਜਿਹੜੀ ਇਸ ਕਿਸਮ ਦਾ ਜਿਹਨੂੰ ਆਪਾਂ ਗ੍ਰੇਨ ਭ੍ਰਿਸ਼ਟਾਚਾਰ ਕਹਿ ਦਿੰਦੇ ਆ ਉਹਦੇ ਤੋਂ ਫਿਲਹਾਲ ਇਹ ਮੁਕਤ ਹੈ। ਜੇ ਇਹ ਵਿੱਚ ਆ ਗਈ ਤਾਂ ਬਥੇਰਾ ਆਉਣ ਲੱਗ ਜੂਗਾ। ਯੂਪੀ ਬਿਹਾਰ ਦੇ ਵਿੱਚੋਂ ਪਹਿਲਾਂ ਕਿਹੜਾ ਨਹੀਂ ਆਉਂਦੀਆਂ ਸੀ। ਹਾਂ, ਉਦੋਂ ਕਿਉਂਕਿ ਉੱਥੇ ਜਿਹੜੀ ਹੈਗੀ ਹੈ ਕਣਕ, ਇੱਥੇ ਸਾਡੇ ਹੁਣ ਜਿਹੜੀ ਹੈਗੀ 2300-2400 ਰੁਪਏ ਨੂੰ ਕੁਇੰਟਲ ਵਿਕਦੀ ਹੈ। ਉੱਥੇ 1600-1700 ਰੁਪਏ ਨੂੰ ਲੈ ਕੇ ਟਰੱਕਾਂ ਦੀ ਤੁਸੀਂ ਜਿਹੜੀ ਹੈਗੀ ਭਾੜਾ ਕਿਰਾਇਆ ਪਾ ਕੇ ਵੱਧ ਤੋਂ ਵੱਧ ਤੁਹਾਨੂੰ ਜਿਹੜੀ ਹੈਗੀ 1700-1800 ਤੁਸੀਂ ਇੱਥੇ ਪਹੁੰਚ ਜਾਂਦੀ ਹੈ ਤੇ 500-600 ਰੁਪਏ ਫਿਰ ਵੀ 400-500 ਵੱਜੇ ਤਾਂ ਬਹੁਤ ਹੋਰ ਕੀ ਚਾਹੀਦਾ ਜੀ। ਹਾਂਜੀ ਹਾਂਜੀ, ਇਹਨੂੰ ਤਾਂ ਜੇ ਆਪਾਂ ਦੇਖੀਏ ਪਹਿਲਾਂ ਕਹਿੰਦੇ ਤੁਸੀਂ ਫੀਮ ਦੀ ਸਮਗਲਿੰਗ ਨਾਲੋਂ ਬੜੀ ਕਮਾਈ ਹੁੰਦੀ ਹੈ। ਨਹੀਂ, ਇਹ ਤਾਂ ਫੀਮ ਦੀ ਸਮਗਲਿੰਗ ਨਾਲ ਪਹਿਲਾਂ ਵੀ ਤੁਹਾਨੂੰ ਯਾਦ ਹੋਊਗਾ ਅੱਜ ਤੋਂ 50 ਸਾਲ ਪਹਿਲਾਂ 40 ਤੋਂ 50 ਸਾਲ ਦੇ ਵਿੱਚ ਛੋਲਿਆਂ ਦੀ, ਕਣਕ ਦੀ, ਆਪਣੇ ਮੱਕੀ ਦੀ ਕਿੰਨੀ ਸਮਗਲਿੰਗ ਗਵਾਰੇ ਦੀ ਹੁੰਦੀ ਰਹੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਵੱਡੇ ਹੁਣ ਆਪਾਂ ਕਹਿ ਸਕਦੇ ਵੀ ਚਿੱਟੇ ਦੀ ਸਮਗਲਿੰਗ ਨਾਲੋਂ MSP ਵਾਲੇ ਕਾਲੇ ਮਾਲੇ 'ਚ ਬਾਲੀ ਹੁੰਦੀ ਹੈ ਕਮਾਈ। ਹਾਂਜੀ ਹਾਂਜੀ, ਚਲੋ ਵੇਖਦੇ ਹਾਂ ਜੀ ਕੀ ਬਣਦਾ। ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇਹ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 ਜੂਨ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, $75 ਦਾ ਡਿਸਕਾਊਂਟ, ਫ੍ਰੀ ਟਰੱਕ ਗ੍ਰੀਸ, ਫ੍ਰੀ ਬਾਰਬੀਕਿਊ ਅਤੇ ਨਾਲ ਹੀ ਮਿਲੋ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ। ਤਾਂ ਫਿਰ ਪਹੁੰਚੋ 15 ਜੂਨ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ। 5196220660 519 622 0660। Quick Truck Lube, Napni location। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ, ਮਰਦਾਂ, ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ, ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਮੋਦੀ ਸਾਹਿਬ ਨੇ ਆਪਦੇ ਮੰਤਰੀਆਂ ਦੀ ਅਦਲ ਬਦਲ ਕਰਤੀ ਜੀ ਮਹਿਕਮਿਆਂ ਦੀ। ਬਿਲਕੁਲ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਮੋਦੀ ਸਾਹਿਬ ਨੇ ਜਿਹੜੀ ਮਹਿਕਮੇ ਦੀ ਅਦਲਾ ਬਦਲੀ ਕੀਤੀ ਹੈ, ਕੋਈ ਬਹੁਤੀ ਨਹੀਂ ਕੀਤੀ। ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਜਿਹੜੇ ਕੀਤਾ ਕੁਛ ਤੇ ਕੱਲਾ ਲਾ ਡਿਪਾਰਟਮੈਂਟ ਦੇ ਜਿਹੜੇ ਇੰਚਾਰਜ ਸੀ, ਲਾ ਮਿਨਿਸਟਰੀ ਦੇ ਇੰਚਾਰਜ ਸੀ ਮਿਸਟਰ ਕਿਰਨ ਰਿਜੀਜੂ ਜੀ, ਤੇ ਉਹਨਾਂ ਦੇ ਡਿਪਟੀ ਜਿਹੜੇ ਸੀਗੇ SP ਬਘੇਲ, ਅੱਛਾ ਜੀ, ਉਹਨਾਂ ਦੋਨਾਂ ਨੂੰ ਟਾਰਗੇਟ ਕੀਤਾ ਹੈ। ਉਹਨਾਂ ਦੋਨਾਂ ਨੂੰ ਹਟਾਇਆ ਗਿਆ, ਜਾਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਡਿਮੋਟ ਕੀਤਾ ਗਿਆ। SP ਬਘੇਲ ਜਿਹੜੇ ਆਪਣੇ ਰਿਜੀਜੂ ਸਾਹਿਬ ਹੈ, ਕਿਰਨ ਰਿਜੀਜੂ ਸਾਹਿਬ, ਇਹਨਾਂ ਨੂੰ ਇਧਰੋਂ ਕੱਢ ਕੇ, ਲਾ ਮਿਨਿਸਟਰੀ ਦੇ ਵਿੱਚੋਂ ਕੱਢ ਕੇ, ਤੇ ਇਹਨਾਂ ਨੂੰ ਭੂ ਵਿਗਿਆਨ ਮਿਨਿਸਟਰੀ ਦੇ ਵਿੱਚ ਭੇਜ ਦਿੱਤਾ ਹੈ। ਅੱਛਾ ਜੀ। ਜਿਹੜੇ ਉਹਨਾਂ ਦੇ ਡਿਪਟੀ ਸੀਗੇ SP ਬਘੇਲ ਸਾਹਿਬ, ਉਹਨਾਂ ਨੂੰ ਸਿਹਤ ਮੰਤਰਾਲੇ 'ਚ ਭੇਜਤਾ ਹੈ। ਦੂਜੇ ਪਾਸੇ ਆਪਾਂ ਦੇਖੀਏ ਤੇ ਮਿਸਟਰ ਅਰਜੁਨ ਮੇਘਵਾਲ ਜਿਹੜੇ ਹੈਗੇ, ਅਰਜੁਨ ਮੇਘਵਾਲ ਉਹਨਾਂ ਦੇ ਕੋਲੇ ਜਿਹੜੇ ਪੁਰਾਣੇ ਮਹਿਕਮੇ ਆ ਉਹ ਤਾਂ ਰਹਿਣਗੇ ਹੀ ਰਹਿਣਗੇ, ਜੋ ਵੀ ਮਹਿਕਮਾ ਉਹਨਾਂ ਦੇ ਕੋਲੇ ਹੈਗਾ ਜੀ, ਤੇ ਨਾਲ ਉਹਨਾਂ ਨੂੰ ਉਹ ਹੈ ਸਟੇਟ ਮਿਨਿਸਟਰ, ਕੈਬਨਿਟ ਮਿਨਿਸਟਰ ਨਹੀਂ ਹੈਗੇ, ਇੰਡੀਪੈਂਡੈਂਟ ਚਾਰਜ ਦੇ ਦਿੱਤਾ ਉਹਨਾਂ ਨੂੰ ਲਾ ਮਿਨਿਸਟਰੀ ਦਾ। ਹੁਣ ਇਹਦੇ 'ਚ ਭਾਵੇਂ ਠੀਕ ਹੈ ਕਿ ਉਹਨਾਂ ਨੇ ਕਿਹਾ ਜੀ, ਆਪਣੇ ਜਿਹੜੇ ਕਿਰਨ ਰਿਜੀਜੂ ਸਾਹਿਬ ਹੈ ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਇਹਦਾ ਡਿਊਟੀ ਹੈ ਜੀ, ਡਿਊਟੀ ਦੀ ਕੋਈ ਐਸੀ ਵੈਸੀ ਗੱਲ ਨਹੀਂ, ਪ੍ਰਧਾਨ ਮੰਤਰੀ ਜਿੱਥੇ ਮਰਜ਼ੀ ਹੈ ਡਿਊਟੀ ਲਾ ਦੇਣ, ਇੱਧਰ ਵੀ ਕੰਮ ਹੈ, ਸ਼ਾਇਦ ਦੂਜੇ ਪਾਸੇ ਵੀ ਮੈਥੋਂ ਮੇਰੀ ਜ਼ਿਆਦਾ ਲੋੜ ਹੋਵੇ, ਮੈਨੂੰ ਤਾਂ ਭੇਜ ਦਿੱਤਾ ਹੈ। ਪਰ ਨਾਲ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਦੀ ਗੱਲ ਕੀਤੀ ਹੈ ਜੀ, ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੀ ਗੱਲ ਕੀਤੀ ਹੈ, ਜੁਡੀਸ਼ਰੀ ਮੁਕੰਮਲ ਦੀ ਗੱਲ ਕੀਤੀ ਹੈ ਕਿ ਮੈਂ ਸਭ ਦਾ ਧੰਨਵਾਦ ਕਰਦਾ। ਸਾਰਿਆਂ ਨੇ ਮਿਲ ਮਿਲਾ ਕੇ ਕਹਿੰਦੇ ਵੀ ਜੁਡੀਸ਼ਰੀ ਦਾ ਜਿਹੜੀ ਇੱਜ਼ਤ ਸਤਿਕਾਰ ਵਧਾਇਆ ਹੈ ਜੀ, ਔਰ ਕੰਮ ਚੰਗਾ ਜਿਹੜਾ ਹੈਗਾ ਠੀਕ ਪਾਸੇ ਨੂੰ ਲੈ ਕੇ ਜਾ ਰਿਹਾ। ਛੇਤੀ ਨਿਆਂ ਦੇਣ ਦਾ ਦੀ ਭੂਮਿਕਾ ਜਿਹੜੀ ਹੈ ਨਿਭਾਈ ਜਾ ਰਹੀ ਹੈ, ਉਹਨਾਂ ਨੇ ਗੱਲ ਇਹ ਕਹੀ ਹੈ। ਪਰ ਕੀ ਸੱਚਮੁੱਚ ਹੀ ਇਹੀ ਗੱਲ ਹੈ? ਜੇ ਇਹ ਗੱਲ ਹੁੰਦੀ, ਜੇ ਉਹ ਇੰਨਾ ਹੀ ਉਹਨਾਂ ਦਾ ਮਾਨ ਸਤਿਕਾਰ ਕਰਦੇ ਹੁੰਦੇ ਜੱਜਾਂ ਦਾ, ਤਾਂ ਮੇਰਾ ਖਿਆਲ ਹੈ ਨੌਬਤ ਨਾ ਆਉਂਦੀ। ਔਰ ਇਹ ਅੱਜ ਦੀ ਗੱਲ ਨਹੀਂ, ਜਦੋਂ ਇਹਨਾਂ ਨੂੰ ਆਪਣੇ ਮਿਸਟਰ ਰਵੀ ਪ੍ਰਸਾਦ ਹੁੰਦੇ ਸੀ, ਪਹਿਲਾਂ ਰਵੀ ਸ਼ੰਕਰ ਪ੍ਰਸਾਦ ਲਾ ਮਿਨਿਸਟਰ ਹੁੰਦੇ ਸੀ, ਉਹਨਾਂ ਨੂੰ ਹਟਾਇਆ ਗਿਆ ਤੇ ਕਿਰਨ ਰਿਜੀਜੂ ਨੂੰ ਲਾਇਆ ਗਿਆ ਸੀ, ਉਦੋਂ ਵੀ ਹੈਰਾਨਗੀ ਹੋਈ ਸੀ ਜੀ, ਤੇ ਬਹੁਤ ਸਾਰੇ ਲੋਕਾਂ ਨੂੰ ਹੁਣ ਵੀ ਹੈਰਾਨਗੀ ਹੋਈ ਹੈ ਜਦੋਂ ਉਹਨੂੰ ਹਟਾਤਾ। ਵੀ ਕਾਰਨ ਕੀ ਹੈ? ਪਰ ਕਾਰਨ ਦੇਖਣ ਵਾਲੀ ਗੱਲ ਹੈ, ਦਾਨੇ ਵਾਲੀ ਗੱਲ, ਸਭ ਦੋ ਮਹੱਤਵਪੂਰਨ ਫੈਸਲੇ ਆਏ ਆ ਇਹਨਾਂ ਦਿਨਾਂ 'ਚ। ਉਹਨਾਂ ਫੈਸਲਿਆਂ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹੂੰਗਾ ਕਿ ਭਾਰਤੀ ਸਟੇਟ ਹੈ ਨਾ, ਜਿਹੜੀ ਇੰਡੀਅਨ ਸਟੇਟ ਜਾਂ ਕੋਈ ਵੀ ਸਟੇਟ ਹੁੰਦੀ ਹੈ, ਸਾਡੇ ਕੰਸਟੀਟਿਊਸ਼ਨ ਮੁਤਾਬਕ ਸਾਡੀ ਸਟੇਟ ਦੇ ਇਸ ਵੇਲੇ ਜਿਹੜੇ ਐਕਟਿਵ ਅੰਗ ਹੈ ਉਹ 3 ਹੈ। ਇੱਕ ਲੈਜਿਸਲੇਟਰ, ਜਿਹਨੂੰ ਆਪਾਂ ਪਾਰਲੀਮੈਂਟ ਕਹਿ ਦਿੰਦੇ ਆ ਜੀ, ਦੂਸਰੀ ਜਿਹੜੀ ਹੈਗੀ ਹੈ ਜੁਡੀਸ਼ਰੀ, ਤੇ ਤੀਸਰੀ ਹੈਗੀ ਐਗਜ਼ੈਕਟਿਵ ਮਸ਼ੀਨਰੀ। ਪਾਰਲੀਮੈਂਟ ਨੇ ਤੇ ਅਸੈਂਬਲੀਆਂ ਨੇ ਕਾਨੂੰਨ ਬਣਾਉਣੇ ਹੈ, ਮਿਨਿਸਟਰੀਆਂ ਨੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਹੈ। ਕੀ ਉਹਨਾਂ ਕਾਨੂੰਨਾਂ ਦੀ ਕੋਈ ਉਲੰਘਣਾ ਤਾਂ ਨਹੀਂ, ਇਹਦੀ ਜਿਹੜੀ ਹੈਗੀ ਹੈ ਨਿਗਰਾਨੀ ਤੇ ਇਹਦੀ ਜਿਹੜੀ ਹੈਗੀ ਹੈ ਇਹਦੇ ਤੇ ਫੈਸਲੇ ਦੇਣੇ ਆ, ਉਹ ਕੰਮ ਹੁੰਦਾ ਅਦਾਲਤਾਂ ਦਾ। ਤਾਂ ਮੁੱਖ ਤੌਰ ਦੇ ਉੱਤੇ ਦੇਖੀਏ, ਪਿਛਲੇ ਦਿਨਾਂ ਦੇ ਵਿੱਚ ਟਕਰਾਅ ਵਾਲੀ ਸਥਿਤੀ ਲੱਗਦੀ ਸੀ ਭਾਰਤ ਸਰਕਾਰ ਦੀ ਤੇ
ਜੁਡੀਸ਼ਰੀ ਦੀ ਜੀ ਜਦੋਂ ਕਿਰਨ ਰਿਜੀਜੂ ਵਾਰ-ਵਾਰ ਜਿਹੜੇ ਉਹ ਟਾਰਗੇਟ ਕਰਦੇ ਹੁੰਦੇ ਸੀ ਜੱਜਾਂ ਦੀ ਨਿਯੁਕਤੀ ਦਾ ਸਵਾਲ ਆਉਂਦਾ ਹੈ ਜੀ ਜੱਜਾਂ ਦੀ ਨਿਯੁਕਤੀ ਜਿਹੜੀ ਹੈਗੀ ਹੈ ਉਹ ਕੋਲੋਜੀਅਮ ਸਿਸਟਮ ਰਾਹੀਂ ਹੁੰਦੀ ਹੈ ਵੀ 5 ਸਿਰੇ ਦੇ ਜੱਜ ਹੈ ਚੀਫ ਜਸਟਿਸ ਦੀ ਅਗਵਾਈ ਹੇਠੋਂ 5 ਜੱਜ ਜਿਹੜੇ ਹੈਗੇ ਹੈ ਉਹ ਐਨਾਲਿਸਿਸ ਕਰਦੇ ਆ ਕਿਹਨੂੰ ਜੱਜ ਬਣਾਉਣਾ ਹੈ ਕਿਹਨੂੰ ਪ੍ਰਮੋਸ਼ਨ ਦੇਣੀ ਹੈ ਜਿੱਦਾਂ ਵਕੀਲਾਂ ਚੋਂ ਸਿੱਧਾ ਬਣਾਉਣਾ ਤੇ ਉਹਨਾਂ ਨੇ ਵਕੀਲ ਦਾ ਰਿਕਾਰਡ ਦੇਖਣਾ ਕਿ ਵਕੀਲ ਆਪਣੇ ਪ੍ਰੋਫੈਸ਼ਨ ਦੇ ਵਿੱਚ ਕਿਹੋ ਜਿਹਾ ਹੈ ਉਹਨਾਂ ਨੇ ਸਿਰਫ ਪ੍ਰੋਫੈਸ਼ਨ ਦੇਖਣਾ ਤੇ ਪ੍ਰੋਫੈਸ਼ਨ ਦੇ ਆਧਾਰ ਦੇ ਉੱਤੇ ਉਹਦੀ ਸਿਫਾਰਿਸ਼ ਕਰ ਦੇਣੀ ਹੈ ਜੀ ਅਗਾਂਹ ਉਹ ਬੰਦੇ ਦਾ ਕਰੈਕਟਰ ਕੀ ਹੈ ਉਹ ਕਿਸੇ ਦੇਸ਼ ਵਿਰੋਧੀ ਫੋਰਸਸ ਦੇ ਨਾਲ ਤਾਂ ਨਹੀਂ ਰਲਿਆ ਹੋਇਆ ਇੱਧਰ ਉੱਧਰ ਤਾਂ ਨਹੀਂ ਕੋਈ ਐਸੀ ਵੈਸੀ ਗੱਲ ਉਹਦੀ ਵੈਰੀਫਿਕੇਸ਼ਨ ਸਰਕਾਰ ਨੇ ਆਪਣੀਆਂ ਏਜੰਸੀਆਂ ਤੋਂ ਕਰਵਾਉਣੀ ਹੁੰਦੀ ਹੈ ਜੀ ਔਰ ਜਦੋਂ ਸਾਰਾ ਕੁਝ A1 ਹੋ ਜੇ ਤਾਂ ਉਹ ਤੋਂ ਬਾਅਦ ਉਹਨਾਂ ਨੇ ਰਾਸ਼ਟਰਪਤੀ ਸਾਹਿਬ ਨੂੰ ਰਿਕਮੈਂਡੇਸ਼ਨ ਭੇਜ ਦੇਣੀ ਹੁੰਦੀ ਹੈ ਸਰਕਾਰ ਨੇ ਤੇ ਰਾਸ਼ਟਰਪਤੀ ਸਾਹਿਬ ਵਾਰੰਟ ਜਾਰੀ ਕਰ ਦਿੰਦੇ ਆ ਕਿ ਇਸ ਬੰਦੇ ਨੂੰ ਜੀ ਅਸੀਂ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਜੱਜ ਬਣਾਤਾ ਇੱਕ ਤਾਂ ਇਹ ਹੈ ਦੂਜਾ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੇ ਜੱਜ ਕੰਮ ਕਰ ਰਹੇ ਹੈ ਮਸਲਨ ਹਾਈ ਕੋਰਟਾਂ ਦੇ ਵਿੱਚ ਜਿਹੜੇ ਜੱਜ ਕੰਮ ਕਰ ਰਹੇ ਆ ਉਹਨਾਂ ਨੂੰ ਪ੍ਰਮੋਟ ਕਰਨਾ ਹੁੰਦਾ ਹੈ ਜੀ ਕੁਛ ਤਾਂ ਮਤਲਬ ਪ੍ਰਮੋਸ਼ਨ ਉਹਨਾਂ ਦੀ ਆਪਣੀ ਪ੍ਰਮੋਸ਼ਨ ਵਾਲੀ ਜਿਹੜੀ ਉਹ ਲਿਸਟ ਬਣੀ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਕਿਹਨੂੰ ਲਿਆਂਦਾ ਜਾਵੇ ਜੀ ਇਹਦੇ ਲਈ ਜਿਹੜੀਆਂ ਇਹ ਵੀ ਫਿਰ ਸੁਪਰੀਮ ਕੋਰਟ ਉਹਨਾਂ ਨੂੰ ਦੇਖਦੀ ਹੈ ਸਾਰਾ ਕੁਝ ਦੇਖ ਕੇ ਤੇ ਸਿਫਾਰਿਸ਼ ਕਰ ਦਿੰਦੀ ਹੈ ਉਹਨਾਂ ਦੀ ਵੈਰੀਫਿਕੇਸ਼ਨ ਪਹਿਲਾਂ ਹੋਈ ਹੁੰਦੀ ਹੈ ਉੱਥੇ ਆਮ ਤੌਰ ਦੇ ਉੱਤੇ ਆਪਾਂ ਦੇਖਿਆ ਕਿ ਉਹਦੇ ਤੇ ਵੀ ਮੋਹਰ ਲੱਗ ਜਾਂਦੀ ਹੈ ਲੇਕਿਨ ਪਿਛਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਟਕਰਾਅ ਆਇਆ ਸੀ ਕਾਂਗਰਸ ਪਾਰਟੀ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਜੁਡੀਸ਼ਰੀ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਜਾਵੇ ਉਦੋਂ ਇਹ ਸੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਨਿਯੁਕਤੀਆਂ ਹੋਣੀਆਂ ਜੱਜਾਂ ਦੀਆਂ ਇਹ ਸਰਕਾਰ ਕਰੇ ਲੇਕਿਨ ਬਹੁਤ ਵੱਡਾ ਵਿਰੋਧ ਹੋਇਆ ਸੀ ਫਿਰ ਵਿੱਚ ਦੀ ਇਹ ਗੱਲ ਆ ਗਈ ਸੀ ਜੀ ਨਹੀਂ ਸਰਕਾਰ ਕਰੂਗੀ ਕਾਨੂੰਨ ਵੀ ਬਣਾਤਾ ਸੀ ਪਾਰਲੀਮੈਂਟ ਦੇ ਜਰੀਏ ਕਾਨੂੰਨ ਬਣਾਤਾ ਸੀ ਕਿ ਜੱਜਾਂ ਦੀਆਂ ਨਿਯੁਕਤੀਆਂ ਦੇ ਵਿੱਚ ਸਰਕਾਰ ਦਾ ਹੱਥ ਜਿਹੜਾ ਉਹ ਉੱਪਰ ਹੋਊਗਾ ਜੀ ਲੇਕਿਨ ਇਹ ਮਾਮਲਾ ਕੰਸਟੀਟਿਊਸ਼ਨ ਬੈਂਚ ਦੇ ਕੋਲੇ ਆਇਆ ਵੱਡੇ ਬੈਂਚ ਦੇ ਕੋਲੇ ਆਇਆ ਵੱਡੇ ਬੈਂਚ ਨੇ ਕਿਹਾ ਨਹੀਂ ਭਾਰਤ ਦੇ ਵਾਸਤੇ ਸਭ ਤੋਂ ਇਫੈਕਟਿਵ ਤੌਰ ਤਰੀਕਾ ਜਿਹੜਾ ਉਹ ਕੋਲੋਜੀਅਮ ਵਾਲਾ ਹੀ ਹੈ ਇਹੀ ਰਹੂਗਾ ਕਿਰਨ ਰਿਜੀਜੂ ਸਾਹਿਬ ਹੋਰਾਂ ਨੇ ਇੱਥੇ ਆ ਕੇ ਇਹ ਕਹਿਣਾ ਸ਼ੁਰੂ ਕਰਤਾ ਸੀ ਕਿ ਜੱਜ ਤਾਂ ਆਪਣੇ ਪੁੱਤ ਭਤੀਜਿਆਂ ਨੂੰ ਭਰਤੀ ਕਰ ਰਹੇ ਹਾਂ ਜੀ ਜੱਜ ਜਿਹੜੇ ਹੈਗੇ ਆ ਉਹ ਅਦਾਲਤੀ ਕੰਮ ਨਿਪਟਾਉਣ ਦੀ ਬਜਾਏ ਉਹ ਤਾਂ ਕਿਵੇਂ ਉੱਪਰਲੀ ਕੁਰਸੀ ਦੇ ਉੱਤੇ ਬੈਠਣਾ ਹੈ ਕਿਵੇਂ ਪ੍ਰਮੋਸ਼ਨ ਹਾਸਲ ਕਰਨੀ ਹੈ ਸਾਰਾ ਜਿਹੜਾ ਆਪਦਾ ਵਕਤ ਇਸ ਪਾਸੇ ਜਾਇਆ ਕਰਦੇ ਰਹਿੰਦੇ ਹੈ ਇਸ ਲਈ ਕੋਲੋਜੀਅਮ ਸਿਸਟਮ ਠੀਕ ਨਹੀਂ ਜੀ ਇੱਥੋਂ ਤੱਕ ਗੱਲ ਇਹ ਸੀ ਕਿ ਕਈ ਵਾਰੀ ਜੇ ਕਿਸੇ ਕਨਕਲੇਵ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਇਕੱਠੇ ਵੀ ਹੋ ਜਾਂਦੇ ਉੱਥੇ ਚੀਫ ਜਸਟਿਸ ਕੁਝ ਹੋਰ ਬੋਲਦੇ ਹੁੰਦੇ ਸੀ ਤੇ ਚੀਫ ਜਸਟਿਸ ਦੇ ਉਲਟ ਸਟੈਂਡ ਲੈ ਲੈਂਦੇ ਹੁੰਦੇ ਸੀ ਆਪਣੇ ਕਿਰਨ ਰਿਜੀਜੂ ਜੀ ਬਿਲਕੁਲ ਪੂਰਾ ਉਲਟ ਚੱਲਦਾ ਫਿਰ ਹਾਂਜੀ ਫਿਰ ਤੁਸੀਂ ਇੱਕ ਸਮਾਂ ਦੇਖਣਾ ਕਿ ਜਿਹੜੇ ਜੱਜ ਰਿਟਾਇਰ ਹੋ ਜਾਂਦੇ ਹੈ ਕਿਉਂਕਿ ਜਿਹੜੇ ਸਰਵਿੰਗ ਜੱਜ ਆ ਸਰਵਿੰਗ ਜੱਜ ਦੇ ਉੱਤੇ ਇੱਕ ਮਰਿਆਦਾ ਲਾਗੂ ਹੁੰਦੀ ਹੈ ਜੀ ਉਹ ਆਪਣੀ ਮਰਿਆਦਾ ਦੇ ਬੰਦ ਦੇ ਵਿੱਚ ਬੰਦੇਜ ਦੇ ਵਿੱਚ ਬੰਨ੍ਹੇ ਹੁੰਦੇ ਹੈ ਉਹ ਕਈ ਵਾਰੀ ਮਤਲਬ ਅਦਾਲਤ ਦੇ ਵਿੱਚ ਬੈਠੇ ਤਾਂ ਟਿੱਪਣੀਆਂ ਕਰ ਦਿੰਦੇ ਆ ਲੇਕਿਨ ਜਨਤਕ ਤੌਰ ਤੇ ਨਹੀਂ ਉਹ ਬੋਲਦੇ ਹੁੰਦੇ ਕਦੇ ਪ੍ਰੈਸ ਦੇ ਨਾਲ ਆ ਕੇ ਗੱਲ ਨਹੀਂ ਕਰਦੇ ਹੁੰਦੇ ਪ੍ਰੈਸ ਨਾਲ ਗੱਲ ਇੱਕੇ ਵਾਰੀ ਹੋਈ ਸੀ ਜੀ ਜਦੋਂ 4 ਸੀਨੀਅਰ ਮੋਸਟ ਜੱਜਾਂ ਨੇ ਆਪਣੇ ਜਿਹੜੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ ਸੀ ਮੇਰੇ ਖਿਆਲ ਪ੍ਰੈਸ ਕਾਨਫਰੰਸ ਕਰਤੀ ਸੀ ਨਹੀਂ ਉਹ ਤੋਂ ਪਹਿਲਾਂ ਕਦੇ ਮਿਸਾਲ ਨਹੀਂ ਹੋਈ ਸੀ ਜੀ ਪਰ ਇਹਨਾਂ ਨੇ ਕੀ ਕੀਤਾ ਜਿਹੜੇ ਰਿਟਾਇਰ ਜੱਜ ਹੁੰਦੇ ਆ ਰਿਟਾਇਰ ਜੱਜਸ ਨੂੰ ਆਪਣੀ ਬਰਾਦਰੀ ਦੇ ਨਾਲ ਮੋਹ ਹੁੰਦਾ ਉਹਨਾਂ ਨੂੰ ਅੰਦਰਲੀਆਂ ਕਮੀਆਂ ਪੇਸ਼ੀਆਂ ਦਾ ਪਤਾ ਹੁੰਦਾ ਹੈ ਉਹ ਮੁਕਤ ਹੋ ਜਾਂਦੇ ਉਹ ਕਿਤਾਬਾਂ ਵੀ ਲਿਖਦੇ ਆ ਉਹ ਆਰਟੀਕਲ ਵੀ ਲਿਖਦੇ ਆ ਤੇ ਉਹ ਮੀਡੀਆ ਨਾਲ ਵੀ ਗੱਲ ਕਰ ਲੈਂਦੇ ਚੈਨਲਾਂ ਤੇ ਬਹਿੰਦੇ ਹੁਣ ਤਾਂ ਕੀ ਆਪਾਂ ਦੇਖਿਆ ਜੀ ਜੱਜ ਚੈਨਲਾਂ ਤੇ ਅੱਗੇ ਇੰਟਰਵਿਊ ਦਿੰਦੇ ਹਾਂਜੀ ਇਹ ਪਿਛਲੇ ਦਿਨਾਂ ਦੇ ਵਿੱਚ ਕੁਝ ਜੱਜਾਂ ਨੇ ਜਦੋਂ ਇਸ ਗੱਲ ਦੇ ਉੱਤੇ ਥੋੜਾ ਇਤਰਾਜ਼ ਪ੍ਰਗਟ ਕੀਤਾ ਕਿ 2014 ਤੋਂ ਲੈ ਕੇ ਹੁਣ ਤੱਕ ਜਿਹੜੀ ਜੁਡੀਸ਼ਰੀ ਦੀ ਸਥਿਤੀ ਹੈ ਉਹ ਬੜੀ ਨਾਜ਼ੁਕ ਬਣਦੀ ਜਾ ਰਹੀ ਹੈ ਜੁਡੀਸ਼ਰੀ ਨੂੰ ਜਿਹੜਾ ਹੈਗਾ ਇੱਕ ਕਿਸਮ ਦਾ ਬੰਧਕ ਬਣਾਇਆ ਜਾ ਰਿਹਾ ਹੈ ਜੀ ਇਹਦੇ ਤੇ ਉਹਨਾਂ ਨੇ ਜਦੋਂ ਆਪਣੇ ਵਿਚਾਰ ਪ੍ਰਗਟ ਕੀਤੇ ਤਾਂ ਇਹਨਾਂ ਨੇ ਫਿਰ ਇੱਕ ਗੱਲ ਹੋਰ ਕਹਿਤੀ ਸੀ ਰਿਜੀਜੂ ਸਾਹਿਬ ਨੇ ਕਿ ਇਸ ਦੇਸ਼ ਦੇ ਵਿੱਚ ਇੱਕ ਗਰੋਹ ਹੈ ਰਿਟਾਇਰਡ ਜੱਜਾਂ ਦਾ ਜਿਹੜਾ ਲੋਕਤੰਤਰ ਲਈ ਖਤਰਾ ਪੈਦਾ ਕਰ ਰਿਹਾ ਹਾਂਜੀ ਕਿਹਾ ਸੀ ਇਹ ਕਿਹਾ ਨਾ ਤੁਹਾਨੂੰ ਇਹ ਲੋਕਤੰਤਰ ਲਈ ਜੱਜਾਂ ਨੂੰ ਖਤਰਨਾਕ ਕਰਾਰ ਦਿੱਤਾ ਸੀ ਇਸ ਚੀਜ਼ ਨੇ ਮਤਲਬ ਜਿਹੜੇ ਰਾਈਟ ਥਿੰਕਿੰਗ ਦੇ ਲੋਕ ਹੈ ਉਹਨਾਂ ਨੂੰ ਬਹੁਤ ਚਿੰਤਾ ਚ ਪਾਤਾ ਸੀ ਬਹੁਤ ਸਾਰੇ ਲੋਕ ਇਹ ਸੋਚਣ ਲੱਗ ਗਏ ਸੀ ਕਿ ਸ਼ਾਇਦ ਹੁਣ ਕੰਸਟੀਟਿਊਸ਼ਨ ਦੇ ਵਿੱਚ ਹੀ ਤਬਦੀਲੀ ਕਰ ਦੇਣ ਕਿਉਂਕਿ ਭਾਰਤ ਕੰਸਟੀਟਿਊਸ਼ਨ ਦੇ ਮੁਤਾਬਕ ਚੱਲਦਾ ਨਾ ਕਿ ਕਿਸੇ ਦੀ ਰਾਏ ਮੁਤਾਬਕ ਚੱਲਦਾ ਹੈ ਇਹ ਕੰਸਟੀਟਿਊਸ਼ਨ ਦੇ ਵਿੱਚ ਚੇਂਜਸ ਵਾਲੀ ਗੱਲ ਹੋਣੀਆਂ ਸ਼ੁਰੂ ਹੋ ਗਈਆਂ ਸੀ ਇਹ ਤਾਂ ਸੀ ਸਾਰੀ ਰਿਜੀਜੂ ਸਾਹਿਬ ਦੀ ਲੇਕਿਨ ਮੈਂ ਹੁਣ ਉੱਥੇ ਹੀ ਫੇਰ ਆਉਣਾ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਰੀਸੈਂਟਲੀ 2 ਜਿਹੜੇ ਹੈਗੇ ਮਹੱਤਵਪੂਰਨ ਫੈਸਲੇ ਆਏ ਹੈ ਉਹਨਾਂ ਫੈਸਲਿਆਂ ਨੇ ਭਾਰਤ ਸਰਕਾਰ ਖਾਸ ਕਰਕੇ ਜਿਹੜੇ ਸਿਖਰ ਦੇ ਉੱਤੇ 2 ਬੰਦੇ ਹੈ ਜੀ ਉਹਨਾਂ ਨੂੰ ਹਿਲਾ ਕੇ ਰੱਖਤਾ ਇੱਕ ਤਾਂ ਜਿਹੜਾ ਸਭ ਤੋਂ ਮਹੱਤਵਪੂਰਨ ਫੈਸਲਾ ਅੱਗੇ ਪਿੱਛੇ ਹੀ ਆਇਆ ਜੀ ਉਹ ਹੈਗਾ ਜੀ ਕਿ ਦਿੱਲੀ ਦੀ ਸਰਕਾਰ ਕੋਲੇ ਕੋਈ ਤਾਕਤ ਹੈ ਕਿ ਨਹੀਂ ਹੈ ਇਹਦੇ ਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਦਿੱਲੀ ਦੂਜੇ ਜਿਹੜੇ ਯੂਨੀਅਨ ਟੈਰੀਟਰੀਜ਼ ਹੈ ਉਹਨਾਂ ਵਰਗੀ ਨਹੀਂ ਜੀ ਦਿੱਲੀ ਮਤਲਬ ਕਿ ਕੇਜਰੀਵਾਲ ਦੀ ਸਰਕਾਰ ਮੋਦੀ ਦੀ ਸਰਕਾਰ ਨਹੀਂ ਹਾਂ ਨਹੀਂ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਬਣੀ ਹੋਈ ਹੈ
ਵਿਧਾਨ ਸਭਾ ਕਾਹਦੇ ਵਾਸਤੇ ਹੈ? ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਹੈ। ਹੂੰ ਤੇ ਜੇ ਵਿਧਾਨ ਸਭਾ ਕਿਸੇ ਡਿਪਾਰਟਮੈਂਟ ਨਾਲ, ਕਿਸੇ ਮਿਨਿਸਟਰੀ ਨਾਲ ਸੰਬੰਧਿਤ ਕੋਈ ਕਾਨੂੰਨ ਬਣਾਉਂਦੀ ਹੈ, ਹੂੰ ਉਹਦੇ ਵਾਸਤੇ ਜੇ ਕਾਨੂੰਨ ਬਣਾ ਸਕਦੀ ਹੈ ਤੇ ਉਹਦਾ ਅਫਸਰ ਕਿਉਂ ਨਹੀਂ ਲਾ ਸਕਦੀ? ਬਿਲਕੁਲ। ਇਸ ਕਰਕੇ ਲੈਫਟੀਨੈਂਟ ਗਵਰਨਰ ਦੇ ਕੋਲੇ ਪਾਵਰਾਂ, ਤੁਸੀਂ ਉਹ ਕਿੱਥੋਂ ਲੈਂਦਾ ਪਾਵਰਾਂ? ਉਹਦੇ ਕੋਲ ਕਿਹੜੀ ਪਾਵਰ ਹੈ ਕਿ ਆਹ ਚੀਜ਼ ਵੀ ਰੋਕਤੀ, ਆਹ ਚੀਜ਼ ਵੀ ਰੋਕਤੀ? ਹੂੰ ਤਿੰਨ ਜਿਹੜੇ ਬੇਸਿਕ ਚੀਜ਼ ਹੈ, ਜਿਹੜੇ ਬੇਸਿਕ ਜਿਹੜੇ ਹੈਗੀਆਂ ਸੇਵਾਵਾਂ, ਉਹ ਕੇਂਦਰ ਦੇ ਮਤਹਿਤ ਹੈ। ਜੀ ਨੰਬਰ 1 ਆਪਣਾ ਲਾ ਐਂਡ ਆਰਡਰ, ਜੀ ਪੁਲਿਸ ਉਹਨਾਂ ਦੇ ਮਤਹਿਤ ਹੈ। ਜਿਹਨੂੰ ਆਪਾਂ ਕਹਿੰਦੇ ਪਬਲਿਕ ਆਰਡਰ, ਉਹ ਉਹਨਾਂ ਦੇ ਮਤਹਿਤ ਹੈ। ਹੂੰ ਤੇ ਲੈਂਡ, ਜੀ ਇਹ ਤਿੰਨ ਚੀਜ਼ਾਂ ਉਹਨਾਂ ਦੇ ਮਤਹਿਤ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਦਿੱਲੀ ਸਰਕਾਰ ਦੇ ਮਤਹਿਤ ਹੈ। ਹੂੰ ਇਹ ਜਿਹੜੇ ਇਹਨਾਂ ਦੇ ਅਫਸਰ ਲਾਉਣੇ ਆ, ਵੱਡੇ ਅਫਸਰ ਲਾਉਣੇ ਆ, ਉਹ ਦਿੱਲੀ ਸਰਕਾਰ ਨੇ ਲਾਉਣੇ ਹੈ। ਜੀ ਇਹ ਇੱਕ ਅਜਿਹਾ ਝਟਕਾ ਹੈ ਜਿਹੜਾ ਕੇਜਰੀਵਾਲ ਦੀ ਸਰਕਾਰ ਨੂੰ ਇੰਨੀ ਪਾਵਰਫੁਲ ਕਰਤਾ ਕਿ ਕੇਜਰੀਵਾਲ ਦੇ ਨਾਲ ਦੀ ਨਾਲ ਹੀ ਪ੍ਰੈਸ ਕਾਨਫਰੰਸ ਕਰਕੇ ਲਲਕਾਰੇ ਮਾਰਨੇ ਸ਼ੁਰੂ ਕਰਤੇ, ਜਿਵੇਂ ਪਿੰਡ ਦੇ ਵਿੱਚੋਂ ਪਊਆ ਕੇ ਦਾਰੂ ਪੀ ਕੇ ਆ ਕੇ ਜੱਟ ਸੱਤ ਕੱਢ ਕੇ ਲਲਕਾਰ ਹਾਂ ਬਿਲਕੁਲ ਬਿਲਕੁਲ ਹਾਂ ਹਾਂ ਉਹਨੇ ਉਹ ਕਰਨਾ ਸੀ ਵੀ ਮੈਂ ਹੁਣ ਕਰੂੰਗਾ ਤੁਹਾਨੂੰ ਪਤਾ ਅਜੇ ਤੱਕ ਨੋਟੀਫਿਕੇਸ਼ਨ ਹੋਇਆ ਨਹੀਂ ਸੀ, ਦੀ ਸ਼ਾਇਦ ਪਹੁੰਚੀ ਨਹੀਂ ਸੀ ਤੇ ਉਹਨੇ ਆਰਡਰ ਵੀ ਕਰਨੇ ਸ਼ੁਰੂ ਕਰਤੇ। ਹੂੰ ਇਹਨੇ ਇੱਕ ਚੰਗਾ ਝਟਕਾ ਦਿੱਤਾ ਹੈ ਸਰਕਾਰ ਨੂੰ, ਕੇਂਦਰ ਸਰਕਾਰ ਨੂੰ। ਹੂੰ ਦੂਜਾ ਝਟਕਾ ਜਿਹੜਾ ਹੈਗਾ ਉਹ ਇਹਦੇ ਨਾਲੋਂ ਵੀ ਮਹੱਤਵਪੂਰਨ ਹੈ। ਹੂੰ ਉਹ ਇਹ ਹੈ ਮਹਾਰਾਸ਼ਟਰ ਦੇ ਵਿੱਚ ਜਿਹੜੀ ਉੱਥੇ ਉਥਲ ਪੁਥਲ ਹੋਈ ਸੀ। ਹੂੰ ਮਹਾਰਾਸ਼ਟਰ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਉੱਥੇ ਸਰਕਾਰ ਜਿਹੜੀ ਹੈ ਉਹ ਸ਼ਿਵ ਸੈਨਾ ਦੀ ਸੀ। ਜੀ ਉਧਵ ਠਾਕਰੇ ਮੁੱਖ ਮੰਤਰੀ ਸੀ। ਹਮਾਇਤ ਉਹਨੂੰ ਕਾਂਗਰਸ ਪਾਰਟੀ ਦੀ ਵੀ ਸੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਵੀ ਸੀ। ਹੂੰ ਬੜੇ ਵਾਰੀ ਕੋਸ਼ਿਸ਼ ਕੀਤੀ ਸੀ ਕਿ ਇਹਨੂੰ ਡੀਸਟੇਬਲਾਈਜ਼ ਕਰੀਏ ਪਰ ਹੁੰਦੀ ਨਹੀਂ ਸੀ। ਜੀ ਫਿਰ ਏਜੰਸੀਆਂ ਦਾ ਇਸਤੇਮਾਲ, ਇਲਜ਼ਾਮ ਲੱਗਦਾ ਕਿ ਏਜੰਸੀਆਂ ਦਾ ਇਸਤੇਮਾਲ ਕੀਤਾ ਗਿਆ ਹੂੰ ਤੇ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਹੇਠ 16-17 MLA ਹੈ ਜਿਹੜੇ ਉਹਨਾਂ ਨੇ ਆਪਣੀ ਥੋੜੀ ਜਿਹੀ ਬਗਾਵਤੀ ਗੱਲ ਸ਼ੁਰੂ ਕਰਤੀ। ਜੀ ਉਹਨਾਂ ਨੂੰ ਡਿਸਕੁਆਲੀਫਾਈ ਕਰਨ ਵਾਸਤੇ ਨੋਟਿਸ ਦਿੱਤਾ ਗਵਰਨਰ ਡਿਪਟੀ ਸਪੀਕਰ ਨੇ। ਹੂੰ ਜਦੋਂ ਨੋਟਿਸ ਦੇਤਾ ਉਸ ਨੋਟਿਸ ਨੂੰ ਚੈਲੰਜ ਕਰਤਾ ਉਹਨਾਂ ਨੇ, ਉਹ ਕਹਿੰਦੇ ਦੇ ਹੀ ਨਹੀਂ ਸਕਦਾ ਕਿਉਂਕਿ ਇਹਦੇ ਖਿਲਾਫ ਅਸੀਂ ਬੇਭਰੋਸਗੀ ਦਾ ਮਤਾ ਪਹਿਲਾਂ ਹੀ ਪੇਸ਼ ਕਰ ਚੁੱਕੇ ਹਾਂ। ਤੇ ਉਹਦੇ ਚੋਂ ਜਿਹੜੇ ਉਹਨਾਂ ਦੇ 16-17 ਤੋਂ ਵੱਧ ਉਹਨਾਂ ਦੀ ਗਿਣਤੀ ਹੋ ਗਈ 40, 45, 50 ਤੱਕ ਹੋ ਗਈ। ਹੂੰ ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾਇਆ ਸਾਰਿਆਂ ਨੂੰ ਤੇ ਲੈ ਗਏ ਜੀ ਬਾਹਰ, ਕਿਤੇ ਜਾ ਕੇ ਬਾਹਰ ਰੱਖ ਲਿਆ। ਜੀ ਬਾਹਰ ਰੱਖਣ ਤੋਂ ਬਾਅਦ ਮੁੜ ਕੇ ਕਹਿੰਦੇ ਗਵਰਨਰ ਸਾਹਿਬ ਨੇ ਹੁਕਮ ਕਰਤਾ ਉਧਵ ਠਾਕਰੇ ਨੂੰ ਕਿ ਉਧਵ ਠਾਕਰੇ ਜੀ ਤੁਸੀਂ ਆਪਣਾ ਬਹੁਮਤ ਸਾਬਤ ਕਰੋ। ਹੂੰ ਉਹ ਜਿਹੜਾ ਹੁਕਮ ਦਿੱਤਾ ਉਹ ਹੁਕਮ ਨੂੰ ਸੁਪਰੀਮ ਕੋਰਟ ਕਹਿੰਦੀ ਉਸ ਹੁਕਮ ਗਲਤ ਸੀ। ਜੀ ਕਿਉਂਕਿ ਕਿਸੇ ਨੇ ਵੀ ਆ ਕੇ ਬੇਭਰੋਸਗੀ ਦਾ ਮਤਾ ਨਹੀਂ ਦਿੱਤਾ ਵੀ ਸਾਨੂੰ ਸਰਕਾਰ ਦੇ ਵਿੱਚ ਭਰੋਸਾ ਨਹੀਂ ਰਿਹਾ। ਈਵਨ ਜਿਹੜਾ ਸ਼ਿਵ ਸੈਨਾ ਦੇ ਲੋਕ ਟੁੱਟ ਕੇ ਗਏ ਸੀ ਉਹਨਾਂ ਨੇ ਵੀ ਨਹੀਂ ਕਿਹਾ ਵੀ ਸਾਨੂੰ ਇਹ 'ਚ ਭਰੋਸਾ ਨਹੀਂ ਰਿਹਾ, ਕਹਿੰਦੇ ਜੀ ਸਰਕਾਰ ਬਦਲਣੀ ਹੈ। ਇਹ ਕਹਿੰਦੇ ਜਿਹੜੀ 10th ਸ਼ਡਿਊਲ ਹੈ ਕੰਸਟੀਟਿਊਸ਼ਨ ਦਾ, ਉਹ ਪਾਵਰਾਂ ਦਿੰਦਾ ਆਰਗੇਨਾਈਜੇਸ਼ਨ ਨੂੰ, ਜੀ ਜੀ ਨਾ ਕਿ ਵਿਧਾਨ ਮੰਡਲ ਨੂੰ। ਇਹ ਜਿਹੜੀ ਵਿਧਾਨ ਮੰਡਲੀ ਨੂੰ ਸਪੀਕਰ ਨੇ ਚੱਕ ਕੇ ਜਿਹੜੇ ਹੈਗੇ ਹੈ, ਜਿਹੜਾ ਬਾਅਦ ਦੇ ਵਿੱਚ ਆਇਆ ਉਹਨਾਂ ਨੇ ਚੱਕ ਕੇ ਜਿਹੜਾ ਵਿਪ ਬਣਾਇਆ ਉਹ ਵਿਪ ਨੂੰ ਮਾਨਤਾ ਦਿੱਤੀ। ਮੁੱਖ ਮੰਤਰੀ ਬਣ ਗਿਆ ਏਕਨਾਥ ਸ਼ਿੰਦੇ। ਉਹ ਕਹਿੰਦੇ ਸਪੀਕਰ ਵੀ ਗਲਤ ਤੇ ਗਵਰਨਰ ਵੀ ਗਲਤ। ਇਹ ਦੋਨੇ ਗਲਤ ਹੈ ਪਰ ਅਸੀਂ ਉਧਵ ਠਾਕਰੇ ਨੂੰ ਮੁੱਖ ਮੰਤਰੀ ਵਜੋਂ ਬਹਾਲ ਨਹੀਂ ਕਰ ਸਕਦੇ। ਤੇ ਕਾਰਨ ਵੀ ਦੱਸਦਾ DY ਚੰਦਰਾਚੂੜ ਸਾਹਿਬ ਦੇ ਬੈਂਚ ਨੇ। ਕਹਿੰਦੇ ਕਿਉਂ ਨਹੀਂ ਕਰ ਸਕਦੇ? ਕਿਉਂਕਿ ਬੰਦਾ ਹਾਊਸ ਨੂੰ ਫੇਸ ਕਰਨ ਤੋਂ ਪਹਿਲਾਂ, ਜਿਹੜਾ ਬੇਭਰੋਸਗੀ ਦਾ, ਜਿਹੜਾ ਭਰੋਸੇ ਦਾ ਮਤ ਹਾਸਲ ਕਰਨ ਤੋਂ ਪਹਿਲਾਂ ਇਹ ਬੰਦਾ ਅਸਤੀਫਾ ਦੇ ਗਿਆ। ਜੇ ਅਸਤੀਫਾ ਨਾ ਦਿੰਦਾ ਭਾਵੇਂ ਇਹ ਹਾਰ ਜਾਂਦਾ, ਪਰ ਕਿਉਂਕਿ ਉਹ ਆਰਡਰ ਗਲਤ ਸੀਗੇ ਸਪੀਕਰ ਗਵਰਨਰ ਦੇ ਤੇ ਸਪੀਕਰ ਦੀ ਕਾਰਵਾਈ ਵੀ ਗਲਤ ਸੀ, ਇਸ ਕਰਕੇ ਡਿਜ਼ਰਵ ਕਰਦਾ ਸੀ ਕਿ ਇਹਦੀ ਸਰਕਾਰ ਬਹਾਲ ਹੋ ਜਾਊ। ਜਦੋਂ ਬੰਦਾ ਆਪ ਹੀ ਅਸਤੀਫਾ ਦੇ ਗਿਆ ਤੇ ਅਸਤੀਫਾ ਪ੍ਰਵਾਨ ਹੋ ਗਿਆ, ਇਸ ਕਰਕੇ ਸਰਕਾਰ ਤਾਂ ਰਹੂਗੀ। ਜਿਹੜਾ ਇਹ ਦੋ ਝਟਕੇ ਆ ਨਾ, ਇਹਨਾਂ ਦੋ ਝਟਕਿਆਂ ਨੇ ਸਿਰ ਖੁਰਕਣ ਲਾਤਾ ਵੱਡੇ ਲੀਡਰਾਂ ਨੂੰ ਵੀ ਆਹ ਕੀ ਹੋ ਗਿਆ। ਤੇ ਫਿਰ ਤੁਹਾਨੂੰ ਪਤਾ ਵੀ ਇਹ ਕਿਹਦੀ ਬਦੌਲਤ ਹੋਇਆ। ਉਹ ਫਿਰ ਸੋਚਦੇ ਆ ਵੀ ਇਹ ਬੰਦਾ ਆ ਬੈਠਾ ਯਾਰ ਵੀ ਇਹ ਪੁੱਠੇ ਜਿਹੇ ਪੰਗੇ ਲੈਂਦਾ ਸੀ। ਇਹਨੂੰ ਹੁਣ ਇਹੀ ਕਾਰਨ ਹੈ, ਜੇ ਤਾਂ ਇਕੱਲਾ ਕਿਰਨ ਰਿਜੀਜੂ ਨੂੰ ਪਾਸੇ ਕੀਤਾ ਹੁੰਦਾ ਤਾਂ ਆਪਾਂ ਕਹਿ ਦਿੰਦੇ ਵੀ ਯਾਰ ਸ਼ਾਇਦ ਉਹਦੀਆਂ ਸੇਵਾਵਾਂ ਕਿਤੇ ਹੋਰ ਲੈਣੀਆਂ ਹੁੰਦੀਆਂ। ਜਦੋਂ ਦਾ ਡਿਪਟੀ ਹੈ ਜਿਹੜਾ ਉਹਦੇ ਬਘੇਲ, ਉਹਨੂੰ ਵੀ ਪਾਸੇ ਕਰਤਾ ਤੇ ਬੰਦਾ ਲੈ ਕੇ ਆਂਦਾ ਆਪਣਾ ਤੁਹਾਡਾ ਅਰਜੁਨ ਮੇਘਵਾਲ। ਅਰਜੁਨ ਮੇਘਵਾਲ ਸਾਬਕਾ IAS ਹੈ ਔਰ ਲੋ ਪ੍ਰੋਫਾਈਲ ਆਦਮੀ ਹੈ। ਕਈ ਵਾਰੀ ਚਲੋ ਠੀਕ ਆ, ਅਗਲਾ ਆਪਦੀ ਪਾਰਟੀ ਚ ਆਪਦੇ ਲੀਡਰ ਦੀ ਉਹਨੇ ਬੱਲੇ ਬੱਲੇ ਕਰਨੀ ਹੁੰਦੀ, ਉਹ ਕਰ ਦਿੰਦਾ ਹੈ। ਪਰ ਉਹ ਬੰਦਾ ਜਿਹੜਾ ਹੈਗਾ ਉਹਨੂੰ ਲਿਆਂਦਾ ਇਸ ਕਿਸਮ ਦਾ ਕਿ ਸ਼ਾਇਦ ਇਹਦੀ ਜਿਹੜੀ ਹੈ ਜੁਡੀਸ਼ਰੀ ਦੇ ਨਾਲ ਠੀਕ ਤਰੀਕੇ ਨਾਲ ਜਿਹੜਾ ਹੈਗਾ ਬੈਲੈਂਸ ਬਣਿਆ ਰਹੂਗਾ, ਤਾਂ ਕਿ ਜਿਹੜਾ ਅਗਲਾ ਜਿਹੜਾ ਇੱਕ ਸਾਲ ਹੈ, ਮਈ ਮਹੀਨੇ 'ਚ ਅਗਲੇ ਸਾਲ ਚੋਣਾਂ ਹੋਣਗੀਆਂ। ਅਪ੍ਰੈਲ ਮੇਰੇ ਖਿਆਲ ਮਾਰਚ ਤੋਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ, ਜਦੋਂ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ, ਚੋਣ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ, ਆਦਰਸ਼ ਚੋਣ ਜਾਬਤਾ ਲੱਗ ਜਾਂਦਾ ਹੈ। ਇਸ ਕਰਕੇ ਹੁਣ ਇਸ ਸਟੇਜ ਦੇ ਉੱਤੇ ਜੁਡੀਸ਼ਰੀ ਦੇ ਨਾਲ ਕਿਸੇ ਕਿਸਮ ਦਾ ਪੰਗਾ ਨਾ ਲਿਆ ਜਾਵੇ। ਉਹਦੇ ਨਾਲ ਬਿਹਤਰ ਇਹ ਹੋਇਆ ਵੀ ਕਿ ਕਿਰਨ ਰਿਜੀਜੂ ਸਾਹਿਬ ਨੂੰ ਤੇ ਉਹਦੇ ਡਿਪਟੀ ਸਾਹਿਬ ਨੂੰ ਪਾਸੇ ਕਰ ਦਿਓ ਤੇ ਨਵਾਂ ਬੰਦਾ। DY ਚੰਦਰਾਚੂੜ ਨੇ ਬੜੇ ਵਾਰੀ ਗੱਲੀ ਬਾਤੀ ਗੱਲ ਸਮਝਾਈ ਸੀਗੀ, ਕੰਨੀ ਪਾਈ ਆ ਮੋਦੀ ਸਾਹਿਬ ਦੇ।
ਹਾਂ ਪਾਉਂਦੇ ਆ, ਉਹ ਮੀਟਿੰਗਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਉਹਨਾਂ ਦੀਆਂ। ਉਹਨਾਂ ਪਿੱਛੇ ਜਿਹੜੀ CBI ਦਾ ਜੀ ਤੇ ਵੀ ਤਾਂ ਬੈਠ ਕੇ ਗੱਲਾਂ ਬਾਤਾਂ ਅਕਸਰ ਚਾਹ ਦੇ ਕੱਪ 'ਤੇ ਤਾਂ ਇਕੱਠੇ ਹੁੰਦੇ ਹੀ ਆ, ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਜ਼ਰੂਰ ਹੋਈਆਂ ਹੋਣਗੀਆਂ। ਪੁੱਛਦੇ ਆ ਆਫਟਰ ਆਲ, ਪ੍ਰਧਾਨ ਮੰਤਰੀ ਵੀ ਪੁੱਛਦਾ ਵੀ ਜਨਾਬ ਮੇਰੇ ਨਾਲ ਤੁਹਾਡੀ ਕੀ ਨਾਰਾਜ਼ਗੀ ਦੱਸੋ, ਤੇ ਫਿਰ ਬੰਦੇ ਨੂੰ ਜਦੋਂ ਆਪਾਂ ਪੁੱਛ ਲਈਏ, ਆਪਣਾ ਨਾਲ ਪੁੱਛ ਲਈਏ, ਉਹ ਦੱਸ ਵੀ ਦਿੰਦਾ ਵੀ ਕਿਉਂ ਜੀ, ਕੀ ਹੈ। ਜੀ 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 ਤੇ ਉਧਰ ਫਿਰ ਕਰਨਾਟਕਾ ਤੋਂ ਕੀ ਖਬਰ ਆ ਰਹੀ ਹੈ ਜੀ? ਕੋਈ ਹੋਇਆ ਸਿਰ ਜੁੜੇ ਕਾਂਗਰਸ ਦੇ ਕਿ ਨਹੀਂ? ਹੋ ਗਿਆ ਜੀ, ਉਹਨਾਂ ਦਾ ਪੈਚਅਪ ਹੋ ਗਿਆ। ਕੱਲ ਨੂੰ ਸਵੇਰੇ ਉਹਨਾਂ ਨੇ ਸਹੁੰ ਚੁੱਕਣੀ ਹੈ, ਔਰ ਉਹਦੇ 'ਚ ਸਿੱਧਾ ਰਮਈਆ ਨੂੰ ਬਣਾ ਦਿੱਤਾ ਚੀਫ ਮਿਨਿਸਟਰ, ਜੀ ਡਿਪਟੀ ਚੀਫ ਮਿਨਿਸਟਰ ਬਣਾ ਦਿੱਤਾ ਆਪਣੇ ਨੂੰ, ਜਿਹੜੇ ਤੁਹਾਡੇ ਆਪਣੇ ਡੀਕੇ ਸ਼ਿਵ ਕੁਮਾਰ। ਜੀ ਜੀ ਡੀਕੇ ਸ਼ਿਵ ਕੁਮਾਰ ਪਹਿਲਾਂ ਆੜਿਆ ਹੋਇਆ ਸੀ ਕਿ ਨਹੀਂ ਮੈਂ ਨਹੀਂ ਬਣਨਾ, ਮੈਂ ਨਹੀਂ ਬਣਨਾ, ਮੈਂ ਨਹੀਂ ਸ਼ਿਵਾ ਬਣਨਾ, ਕੁਮਾਰ, ਡੀਕੇ ਸ਼ਿਵਾ ਕੁਮਾਰ ਕਹਿੰਦੇ, ਉਧਰ ਸ਼ਿਵ ਕੁਮਾਰ ਨਹੀਂ, ਸ਼ਿਵਾ ਕੁਮਾਰ ਹੈ। ਲਾਸਟ ਮੂਵਮੈਂਟ ਦੇ ਉੱਤੇ ਉਹਨੂੰ ਜਿਹੜਾ ਹੈਗਾ ਸੋਨੀਆ ਗਾਂਧੀ ਨੇ ਕਿਹਾ ਵੀ ਨਹੀਂ, ਤੁਹਾਡੀਆਂ ਸੇਵਾਵਾਂ ਦੀ ਲੋੜ ਆ, ਤੁਸੀਂ ਆਓ। ਹਾਂ ਹਾਂ ਔਰ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਤੁਹਾਨੂੰ ਫੁੱਲ ਫਲੈਟ ਮੁੱਖ ਮੰਤਰੀ ਬਣਾ ਦਿੱਤਾ ਜਾਊਗਾ। ਜੀ ਨਾਲ ਅਖਤਿਆਰ ਉਹਨੂੰ ਕਾਫੀ ਸਾਰੇ ਦਿੱਤੇ। ਅੱਛਾ ਜੀ। ਉਹਨਾਂ ਨੇ ਕਹਿਤਾ ਕਿ ਮੁੱਖ ਮੰਤਰੀ ਦਾ ਇੱਕ ਅਧਿਕਾਰ ਨਹੀਂ ਹੋਊਗਾ ਕਿ ਹਰ ਫੈਸਲਾ ਮੁੱਖ ਮੰਤਰੀ ਆਪ ਹੀ ਲਊਗਾ। ਜਿਹੜਾ ਵੀ ਵੱਡੇ ਫੈਸਲੇ ਜੀ ਲੈ ਜਾਣਗੇ ਤੁਹਾਡੀ ਮਰਜ਼ੀ ਨਾਲ ਲੈ ਜਾਣਗੇ, ਔਰ ਮੰਤਰੀ ਮੰਡਲ ਦੇ ਵਿੱਚ ਵੀ ਤੁਹਾਡਾ ਬਰਾਬਰ ਦਾ ਹਿੱਸਾ ਹੋਊ। ਫਿਰ ਉਹਨੇ ਕਿਹਾ ਕਿ ਮੈਂ ਪੰਗਾ ਨਹੀਂ, ਕਿਉਂਕਿ ਇਸ ਮੌਕੇ ਪਾਰਟੀ ਸੰਕਟ ਦੇ ਵਿੱਚ ਹੈ, ਪਾਰਟੀ ਨੂੰ ਸਾਰਿਆਂ ਦੇ ਏਕੇ ਦੀ ਲੋੜ ਹੈ। ਚਾਹੁੰਦਾ ਮੈਂ ਨਹੀਂ ਸੀ, ਲੇਕਿਨ ਸੋਨੀਆ ਗਾਂਧੀ ਜੀ ਜਿਹੜਾ ਮੈਨੂੰ ਕਿਹਾ ਮੈਂ ਉਹਨੂੰ ਮੋੜ ਨਹੀਂ ਸਕਿਆ, ਇਸ ਕਰਕੇ ਮੈਂ ਬਣ ਗਿਆ। ਪਰ ਇਹਦੇ ਨਾਲ ਹੀ ਦੇਖਣ ਵਾਲੀ ਗੱਲ ਹੈ, ਕੱਲ ਜਦੋਂ ਸਹੁੰ ਚੁੱਕ ਸਮਾਗਮ ਹੋਊਗਾ, ਉਹ ਸਹੁੰ ਚੁੱਕ ਸਮਾਗਮ ਦੇ ਵਿੱਚ ਕਿੰਨੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਆਉਂਦੇ ਹੈ ਜੀ। ਇਹ ਬਹੁਤ ਕੁਛ ਹੈ। ਜਿਹੜੀ ਭਵਿੱਖ ਦੀ ਰਾਜਨੀਤੀ ਅਸਲ 'ਚ ਇਹਦੇ 'ਤੇ ਨਿਰਭਰ ਹੈ ਕਿ ਇੱਥੋਂ ਕੋਈ ਫਰੰਟ ਬਣਦਾ ਜਾਪਦਾ ਕਿ ਨਹੀਂ ਜਾਂਦਾ। ਜੇ ਜਿੰਨੇ ਬੰਦੇ ਵੀ ਆਉਣਗੇ, ਜੇ ਸਾਰੇ ਆ ਜਾਂਦੇ ਆ ਵਿਰੋਧੀ ਧਿਰਾਂ ਵਾਲੇ, ਤਾਂ ਫਿਰ ਤਾਂ ਸਮਝ ਲਓ ਵੀ ਆਪੋਜੀਸ਼ਨ ਯੂਨਿਟੀ ਹੋ ਗਈ, ਔਰ ਉਹ ਇੱਕ ਵੱਡਾ ਕ੍ਰਾਈਸਿਸ ਪੈਦਾ ਕਰੂਗੀ ਹੁਣ ਵਾਲੀ ਸੈਂਟਰ ਸਰਕਾਰ ਵਾਸਤੇ। ਦੇਖਦੇ ਹਾਂ ਜੀ ਉਹ। ਚਲੋ ਸ਼ੁਕਰੀਆ ਜੀ, ਚਲੋ ਸਭ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਤੇ ਕੁਛ ਤਸਵੀਰਾਂ ਜਿਹੜੀਆਂ ਨੇ ਜੀ, ਉਹ ਹੌਲੀ ਹੌਲੀ ਪਟਿਆਲਾ ਦਾ ਨਵਾਂ ਬੱਸ ਸਟੈਂਡ ਆ ਉੱਥੇ ਮਿਲ ਗਈਆਂ। ਪਰ ਮੇਰੇ ਜੋ ਸਾਹਮਣੇ ਤਸਵੀਰਾਂ ਦੇਖ ਰਹੇ ਆ ਕਿ ਫੁੱਲ ਬੂਟੇ ਬੜੇ ਸੋਹਣੇ ਲੱਗੇ ਆ, ਪਰ ਫੁੱਲ ਬੂਟਿਆਂ ਦੇ ਵਿੱਚ ਦੀ ਲੋਕਾਂ ਨੇ 3 ਵੀਲਰ ਵਾਲੇ ਦੂਜੇ ਪਾਸੇ ਇੱਕ ਸੜਕ ਖੜੀ ਹੈ ਤੇ ਉਹਦੇ ਵਿੱਚ ਦੀ ਲੰਘਦੇ ਨਜ਼ਰ ਆ ਰਹੇ ਨੇ। ਇਹ ਹੁਣ ਫੁੱਲ ਬੂਟੇ ਕਿੰਨੀ ਕੁ ਦੇਰ, ਇੱਕ ਗਰਮੀ ਪੈ ਰਹੀ ਹੈ ਤੇ ਮੈਨੂੰ ਲੱਗਦਾ 3 ਵੀਲਰ ਵਾਲਿਆਂ ਨੇ ਸਵਾਰੀ ਚੱਕਣ ਦੇ ਬਹਾਨੇ ਇਹਨਾਂ ਨੂੰ ਮਿੱਧ ਦੇਣਾ। ਬੜਾ ਦੁੱਖ ਜਿਹਾ ਹੁੰਦਾ ਵੀ ਬੜਾ ਸੋਹਣਾ ਬਣਿਆ, ਤਸਵੀਰਾਂ ਬੜੀਆਂ ਸੋਹਣੀਆਂ ਨਜ਼ਰ ਆ ਰਹੀਆਂ ਨੇ, ਪਰ ਸਾਡੇ ਵਾਲੇ ਕਾਹਨੂੰ ਹਟਦੇ ਜੀ, ਜੋ ਸਿੱਧੇ ਇੱਕ ਤਾਂ ਸਭ ਤੋਂ ਪਹਿਲਾਂ ਬੂਟਿਆਂ ਦੇ ਵਿੱਚ ਪਿਸ਼ਾਬ ਕਰਨਗੇ। ਇਹਨੂੰ ਕਿੰਨੀ ਕੁ ਦੇਰ ਚੱਲਦਾ, ਬੂਟੇ ਕਿੰਨੀ ਕੁ ਦੇਰ ਬਚਦੇ ਆ। ਚਲੋ ਅੱਲਾ ਅੱਲਾ ਖੈਰ ਸੱਲਾ। ਪਰ ਜਿਹੜਾ ਕੱਲ੍ਹ ਤੂਫਾਨ ਆਇਆ ਜੀ ਪਰਸੋਂ ਰਾਤ ਨੂੰ, ਨੇ ਕਾਫੀ ਨੁਕਸਾਨ ਕੀਤਾ। ਕੋਈ ਪੰਜਾਬ ਦੀ ਐਸੀ ਸੜਕ ਨਹੀਂ ਸੀ ਜਿੱਥੇ ਦਰਖਤ ਨਾ ਹੁਣ, ਲੈ ਕੇ ਦਿੱਲੀ ਤੋਂ ਤੇ ਬਠਿੰਡੇ ਤੱਕ ਤਾਂ ਮੈਂ ਦੇਖਿਆ ਹੀ ਹੈ ਵੀ ਕੀ ਹਾਲਾਤ ਸੀਗੇ। ਤੇ ਬਠਿੰਡਾ ਡੱਬ ਵਾਲੀ ਰੋਡ ਪੂਰੀ ਤਰ੍ਹਾਂ ਨਾਲ ਬੰਦ ਸੀ, ਪਿੰਡਾਂ ਵਿੱਚ ਦੀ ਲੰਘਣਾ ਪਿਆ, ਦਰਖਤ ਡਿੱਗੇ ਸੀ। ਹਾਂ, ਉੱਥੇ ਜ਼ਰੂਰ ਸੜਕ ਬੰਦ ਨਹੀਂ ਹੋਈ ਜਿੱਥੇ ਜਿਹੜੇ ਦਰਖਤ ਹੈ ਉਹ ਨਵੀਂ ਸੜਕ ਦੇ ਜਿਹੜੇ ਹੈ ਉਹ ਉੜਿੱਕੇ ਚੜ੍ਹ ਗਏ ਤੇ ਦਰਖਤ ਪੱਟ ਕੇ ਉੱਥੇ ਰੜਾ ਮੈਦਾਨ ਕਰਤਾ ਸੀਗਾ। ਪਰ ਹਾਂ, ਕਈ ਥਾਵਾਂ ਦੇ ਉੱਤੇ ਪੁਰਾਣੇ ਦਰਖਤ ਖੜ੍ਹੇ ਸੀਗੇ, ਉਹ ਦਰਖਤ ਜਿਹੜੇ ਆ ਜੀ ਕਾਫੀ ਟੁੱਟੇ ਨੇ, ਨੁਕਸਾਨ ਹੋਇਆ। ਤੂੜੀ ਵਾਲੀਆਂ ਸਵਾਤਾਂ ਦੇ ਜਿੱਥੇ ਟੀਨਾਂ ਦੀਆਂ ਛੱਤਾਂ ਸੀ ਉਹ ਵੀ ਬੜੀਆਂ ਉੱਡ ਗਈਆਂ। ਘਰਾਂ ਦੀ ਬੱਚਤ ਰਹੀ ਹੈ, ਕੋਈ ਬਾਹਲਾ ਨਹੀਂ। ਪਰ ਹਾਂ, ਦਰਖਤ ਪਤਾ ਨਹੀਂ, ਇੱਕ ਪਹਿਲੀ ਵਾਰੀ ਦੇਖਣ ਨੂੰ ਆਇਆ ਕਿ ਦਰਖਤਾਂ ਨੂੰ ਬੜਾ ਮਰੋੜ ਕੇ ਜਿਹੜਾ ਤੋੜਿਆ ਗਿਆ। ਹੈਰਾਨੀ ਦੀ ਗੱਲ ਬੜੀ ਹੋ ਰਹੀ ਹੈ। ਕੀ ਕਹਿੰਦੇ, ਚਲੋ ਦਰਖਤਾਂ 'ਤੇ ਪ੍ਰਕੋਪੀ ਟਲ ਗਈ। ਪਾਰਕਾਂ ਦੇ ਵਿੱਚ, ਸ਼ਹਿਰ ਦੇ ਵਿੱਚ ਵੀ ਵੱਡੇ ਵੱਡੇ ਦਰਖਤ ਡਿੱਗੇ ਨੇ, ਪਰ ਦੇਖਿਆ ਜਾਵੇ ਘਰਾਂ ਦਾ ਨੁਕਸਾਨ ਕੋਈ ਅਜਿਹਾ ਨਜ਼ਰ ਨਹੀਂ ਆਇਆ। ਸੋ ਰੱਬ ਨੇ ਮਿਹਰ ਕੀਤੀ ਹੈ, ਹਜੇ ਤੱਕ ਕੋਈ ਇਹੋ ਜਿਹੀ ਫਸਲ ਵੀ ਨਹੀਂ ਸੀਗੀ ਪੱਠਿਆਂ ਤੋਂ ਬਿਨਾਂ। ਕੋਈ ਜਵਾਰ ਵੀ ਜਿਹੜੀ ਕੋਈ ਬੜੀ ਵੱਡੀ ਨਹੀਂ ਹੋਣੀ, ਮੱਕੀ ਜਵਾਰ। ਚਲੋ ਕੀ ਬਣਦਾ। ਸੋ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਲੈਂਦੇ। ਸ਼ਮਾਦਾਨ।